ਜਿਹੜੇ ਜਿਹੜੇ ਮਤਲਬ ਫੀਮੇਲਸ ਹੋਣਗੀਆਂ ਉਹਨਾਂ ਨੂੰ ਈਜ਼ੀ ਕੰਮ ਦੇਣਗੇ, ਉਹਨਾਂ ਨੂੰ ਇੱਕ ਬਲੈਕਮੇਲਿੰਗ ਕੀਤੀ ਜਾਂਦੀ ਹੈ। ਬੇਸਿਕ ਹੈ, ਕਿਸੇ ਵੀ ਆਫਿਸ ਦੇ ਵਿੱਚ ਦੇਖ ਲਓ ਤੁਸੀਂ ਇੰਡੀਆ ਦੇ ਵਿੱਚ, ਜੇ ਤੁਸੀਂ ਆਹ ਈਜ਼ੀ ਕੰਮ ਕਰਨਾ, ਜੇ ਤੁਸੀਂ ਪ੍ਰਮੋਸ਼ਨ ਲੈਣਾ ਤਾਂ ਉਹਨਾਂ ਦਾ ਕਿਸੇ ਹਿਸਾਬ ਨਾਲ ਸ਼ੋਸ਼ਣ ਕਰਨਗੇ ਉਹਨਾਂ ਤੇ ਕੋਈ ਨਾ ਕੋਈ ਤਸ਼ੱਦਦ, ਕੋਈ ਨਾ ਕੋਈ ਅਤਿਆਚਾਰ ਹੋਵੇਗਾ। ਜਿਵੇਂ ਤੁਸੀਂ ਕਿਹਾ ਕਿ ਜੇਕਰ ਸਾਡੇ ਦੇਸ਼ ਵਿੱਚ ਧਰਮ ਨਾ ਹੁੰਦਾ ਤਾਂ ਇਹ ਉੱਚੀ ਨੀਵੀਂ ਜਾਤ ਨਾ ਹੁੰਦੀ ਜੀ, ਨਾ ਹੀ ਕਿਸੇ ਤੇ ਅਤਿਆਚਾਰ ਹੁੰਦਾ ਤੇ ਨਾ ਹੀ ਕੋਈ ਮਾਸੂਮ ਕਦੇ ਰੋਂਦੀ ਜੀ। ਮੈਨੂੰ ਇਹ ਲੱਗਦਾ ਮਨਦੀਪ ਜੀ ਕਿ ਜੋ ਵੀ ਆਪਣੇ ਦੇਸ਼ ਦੇ ਹਾਲਾਤ ਨੇ, ਜੋ ਵੀ ਆਪਣੇ ਦੇਸ਼ ਵਿੱਚ, ਆਪਣੇ ਸਮਾਜ ਵਿੱਚ ਔਰਤਾਂ ਦੇ ਹਾਲਾਤ ਬਣੇ ਹੋਏ ਨੇ, ਇਸ ਦੇ ਪਿੱਛੇ ਧਰਮ ਦਾ ਬਹੁਤ ਵੱਡਾ ਹੱਥ ਹੈ। ਜੇਕਰ ਆਪਾਂ ਔਰਤਾਂ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ ਸਰਕਾਰ ਲਾਜ਼ਮੀ ਤੌਰ ਤੇ ਬਹੁਤ ਵੱਡੇ ਸਟੈਪ ਚੱਕ ਕੇ ਇਸ ਨੂੰ ਯਕੀਨੀ ਬਣਾ ਕੇ ਬਹੁਤ ਹੀ ਵੱਡਾ ਬਦਲਾਅ ਸਮਾਜ ਵਿੱਚ ਲਿਆ ਸਕਦੀ ਹੈ। ਜਿਵੇਂ ਕਈ ਦੇਸ਼ਾਂ 'ਚ ਜਿਹੜੇ ਅਰਬ ਕੰਟਰੀਜ਼ ਨੇ, ਜਿਵੇਂ ਉਹਨਾਂ ਦਾ ਕਾਨੂੰਨ ਹੈ ਕਿ ਹਫ਼ਤੇ ਦੇ ਅੰਦਰ ਜਾਂ 24 ਘੰਟਿਆਂ ਦੇ ਅੰਦਰ ਲੱਭ ਕੇ ਚੌਂਕ 'ਚ ਖੜਾ ਕੇ ਗੋਲੀ ਮਾਰਦੇ ਨੇ। ਜੇਕਰ ਸਾਡੇ ਦੇਸ਼ ਵਿੱਚ ਧਰਮ ਨਾ ਹੁੰਦਾ ਤਾਂ ਇਹ ਉੱਚੀ ਨੀਵੀਂ ਜਾਤ ਨਾ ਹੁੰਦੀ, ਨਾ ਹੀ ਕਿਸੇ ਨਾਲ ਅਤਿਆਚਾਰ ਹੁੰਦਾ ਤੇ ਨਾ ਹੀ ਕਦੇ ਕੋਈ ਮਾਸੂਮ ਰੋਂਦੀ। ਜੀਟੀ ਰੋਡ FM ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਮਨਦੀਪ ਮਸੌਨ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਦੋਸਤੋ, ਹਾਜ਼ਰਾਂ ਪ੍ਰੋਗਰਾਮ ਹਾਲ ਬਿਆਨੀ ਲੈ ਕੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵਿਸ਼ਾ ਲੈ ਕੇ ਆਏ ਹਾਂ ਜੀ ਕਿ ਸਾਡੇ ਸਮਾਜ ਵਿੱਚ ਔਰਤ ਕਿੰਨੀ ਕੁ ਸੁਰੱਖਿਅਤ ਹੈ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਬਣੇ ਹੋਏ ਨੇ ਗੁਰਵਿੰਦਰ ਸਿੰਘ। ਗੁਰਵਿੰਦਰ, ਬਹੁਤ ਸਵਾਗਤ ਹੈ ਤੁਹਾਡਾ। ਹਾਂਜੀ ਮਨਦੀਪ, ਧੰਨਵਾਦ ਜੀ। ਜੀਟੀ ਰੋਡ FM ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦੋਸਤੋ, ਤੁਸੀਂ ਸੋਚਦੇ ਹੋਵੋਗੇ ਕਿ ਇਹੋ ਜਿਹੀਆਂ ਵੀਡੀਓਜ਼ ਤਾਂ ਤੁਸੀਂ ਰੋਜ਼ ਹੀ ਦੇਖਦੇ ਹੋ ਕਿ ਔਰਤ ਦਾ ਸਮਾਜ ਦੇ ਵਿੱਚ ਕਿੰਨਾ ਕੁ ਆਦਰ ਸਤਿਕਾਰ ਹੁੰਦਾ ਹੈ, ਘਰ ਦੇ ਵਿੱਚ, ਬਾਹਰ ਜਾਂ ਸਮਾਜ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ, ਜੌਬ ਦੇ ਵਿੱਚ ਕਿੰਨੀ ਕੁ ਸੁਰੱਖਿਅਤ ਹੈ ਸਾਡੀ ਔਰਤ, ਇਹ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ। ਤੇ ਤੁਸੀਂ ਸੋਚੋਗੇ ਕਿ ਇਸ ਵੀਡੀਓ ਵਿੱਚ ਵੀ ਇਹੋ ਜਿਹਾ ਹੀ ਕੁਝ ਹੋਏਗਾ, ਪਰ ਇਸ ਦੇ ਨਾਲ ਇੱਕ ਚੀਜ਼ ਬਹੁਤ ਹੀ ਜ਼ਰੂਰੀ ਹੋ ਜਾਂਦੀ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਤੇ ਅਸੀਂ ਰੋਕ ਕਿਵੇਂ ਲਗਾ ਸਕਦੇ ਹਾਂ, ਕਿਵੇਂ ਔਰਤ ਦੀ ਸੁਰੱਖਿਆ ਨੂੰ ਅਸੀਂ ਵਧਾ ਸਕਦੇ ਹਾਂ, ਜਾਂ ਕਿੱਦਾਂ ਦੇ ਇਹੋ ਜਿਹੇ ਸਟੈਪ ਸਾਨੂੰ ਚੱਕਣੇ ਪੈਣਗੇ, ਸਾਡੀ ਸਰਕਾਰ ਨੂੰ ਚੱਕਣੇ ਪੈਣਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਮਾਜ ਦੇ ਵਿੱਚ ਇੱਕ ਭਿਆਨਕ ਰੂਪ ਇਹ ਬਣਦਾ ਜਾ ਰਿਹਾ ਹੈ ਕਿ ਸਾਡੀ ਔਰਤ ਜਿਹੜੀ ਹੈਗੀ ਹੈ ਉਹ ਘਰ ਦੀ ਸਿਰਜਣਹਾਰ ਹੈ, ਜਾਂ ਅਸੀਂ ਕਹੀਏ ਕਿ ਇੱਕ ਔਰਤ ਜਿਹੜੀ ਹੈਗੀ ਹੈ ਰਾਜੇ ਮਹਾਰਾਜਿਆਂ ਦੀ ਜਨਨੀ ਹੈਗੀ ਹੈ। ਪਰ ਫਿਰ ਵੀ ਸਟਾਰਟਿੰਗ ਤੋਂ ਲੈ ਕੇ, ਜਨਮ ਤੋਂ ਲੈ ਕੇ ਅਖੀਰ ਤੱਕ, ਮਰਨ ਤੱਕ, ਹਰ ਇੱਕ ਪਰਿਵਾਰ ਦੇ ਵਿੱਚ, ਹਰ ਇੱਕ ਸਟੈਪ ਦੇ ਉੱਪਰ ਅਸੀਂ ਕਹਿ ਸਕਦੇ ਹਾਂ ਕਿ ਔਰਤ ਦਾ ਸ਼ੋਸ਼ਣ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਹੁੰਦਾ ਹੈਗਾ। ਤੇ ਇਸ ਨੂੰ ਰੋਕਾਂਗੇ ਕਿਵੇਂ, ਇਹੀ ਗੱਲਬਾਤ ਅਸੀਂ ਅੱਜ ਦੇ ਇਸ ਪ੍ਰੋਗਰਾਮ, ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਜੀ। ਗੁਰਵਿੰਦਰ, ਅੱਜ ਦੇ ਜੋ ਹਾਲਾਤ ਬਣੇ ਹੋਏ ਆ ਉਸ ਤੇ ਇੱਕ ਵਾਰੀ ਚਾਨਣਾ ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਪਾਵਾਂਗੇ ਕਿ ਕਿੱਦਾਂ ਦੇ ਹਾਲਾਤ ਜਿਹੜੇ ਹੈਗੇ ਆ ਉਹ ਸਾਡੀਆਂ ਬੇਟੀਆਂ ਦੇ, ਭੈਣਾਂ ਦੇ, ਮਾਵਾਂ ਦੇ, ਅਸੀਂ ਕਹੀਏ ਕਿ ਸਮਾਜ 'ਚ ਬਣੇ ਹੋਏ ਨੇ। ਜੀ ਬਿਲਕੁਲ ਮਨਦੀਪ, ਜਿਵੇਂ ਤੁਸੀਂ ਕਿਹਾ ਕਿ ਜੇਕਰ ਸਾਡੇ ਦੇਸ਼ ਵਿੱਚ ਧਰਮ ਨਾ ਹੁੰਦਾ ਤਾਂ ਇਹ ਉੱਚੀ ਨੀਵੀਂ ਜਾਤ ਨਾ ਹੁੰਦੀ ਜੀ, ਨਾ ਹੀ ਕਿਸੇ ਤੇ ਅਤਿਆਚਾਰ ਹੁੰਦਾ ਤੇ ਨਾ ਹੀ ਕੋਈ ਮਾਸੂਮ ਕਦੇ ਰੋਂਦੀ ਜੀ। ਮੈਨੂੰ ਇਹ ਲੱਗਦਾ ਮਨਦੀਪ ਜੀ ਕਿ ਜੋ ਵੀ ਆਪਣੇ ਦੇਸ਼ ਦੇ ਹਾਲਾਤ ਨੇ, ਜੋ ਵੀ ਆਪਣੇ ਦੇਸ਼ ਵਿੱਚ, ਆਪਣੇ ਸਮਾਜ ਵਿੱਚ ਔਰਤਾਂ ਦੇ ਹਾਲਾਤ ਬਣੇ ਹੋਏ ਨੇ, ਇਸ ਦੇ ਪਿੱਛੇ ਧਰਮ ਦਾ ਬਹੁਤ ਵੱਡਾ ਹੱਥ ਹੈ। ਜੇਕਰ ਆਪਾਂ ਅੱਜ ਕੱਲ੍ਹ ਦੀ ਗੱਲ ਕਰੀਏ ਤਾਂ ਗੁਰਦੁਆਰੇ, ਮੰਦਿਰ, ਮਸਜਿਦ, ਸਕੂਲ, ਕਾਲਜ, ਪਾਰਲੀਮੈਂਟ, ਪੁਲਿਸ ਸਟੇਸ਼ਨ, ਆਫਿਸ, ਘਰ, ਰੇਲ ਗੱਡੀ, ਕਿਤੇ ਵੀ ਲਾ ਲਓ, ਕੋਈ ਵੀ ਇਦਾਂ ਦੀ ਜਗ੍ਹਾ ਨਹੀਂ ਹੈਗੀ ਜਿੱਥੇ ਔਰਤ ਸੁਰੱਖਿਅਤ ਹੈ ਜੀ। ਨਿੱਕੀ ਜੀ ਗੱਲ ਕਰੀਏ, ਜੇ ਆਪਾਂ ਸਾਰੀਆਂ ਗੱਲਾਂ ਨੂੰ ਇੱਕ ਪਾਸੇ ਰੱਖ ਕੇ ਜੇ ਆਪਾਂ ਛੋਟੀ ਜੀ ਗੱਲ ਕਰੀਏ, ਕੋਈ ਵੀ ਇਹੋ ਜਿਹੀ ਜਗ੍ਹਾ ਨਹੀਂ ਹੈਗੀ, ਕੋਈ ਵੀ ਇਹੋ ਜਿਹੀ ਸੜਕ ਨਹੀਂ ਹੈਗੀ, ਕੋਈ ਵੀ ਇਹੋ ਜਿਹੀ ਪਗਡੰਡੀ ਨਹੀਂ ਹੈਗੀ ਜਿੱਥੇ ਰਾਤ ਨੂੰ, ਜੇ ਆਪਾਂ ਕਹੀਏ 10 ਵਜੇ ਤੋਂ ਬਾਅਦ, ਔਰਤ ਕੱਲੀ ਜਾ ਸਕੇ ਤੇ ਆਪਣੇ ਮਨ 'ਚ ਇਹ ਨਾ ਆਵੇ ਕਿ ਔਰਤ ਜਾ ਰਹੀ ਹੈ ਜਾਂ ਆਪਣੀ ਭੈਣ ਜਾ ਰਹੀ ਹੈ ਜਾਂ ਆਪਣੀ ਮਾਂ ਜਾ ਰਹੀ ਹੈ, ਕੀ ਉਹ ਸੁਰੱਖਿਅਤ ਹੈ ਜੀ। ਆਪਣੇ ਮਨ 'ਚ ਇਹ ਗੱਲ ਲਾਜ਼ਮੀ ਆਏਗੀ, ਚਾਹੇ ਉਹ ਮੰਦਿਰ 'ਚ ਜਾ ਰਹੀ ਹੋਵੇ, ਚਾਹੇ ਉਹ ਗੁਰਦੁਆਰੇ ਜਾ ਰਹੀ ਹੋਵੇ, ਚਾਹੇ ਉਹ ਆਪਦੇ ਕੰਮ ਤੋਂ ਵਾਪਸ ਘਰੇ ਆ ਰਹੀ ਹੋਵੇ। ਸੁੰਨਸਾਨ ਇਲਾਕੇ ਛੱਡੋ, ਰਾਤ ਨੂੰ 2 ਵਜੇ 3 ਵਜੇ ਦੀਆਂ ਗੱਲਾਂ ਛੱਡੋ। ਜੇਕਰ ਆਪਾਂ ਆਮ ਜਿਹੜਾ ਭੀੜ ਭੜੱਕੇ ਵਾਲੀ ਜਗ੍ਹਾ, ਜਿਹੜੀ ਧਾਰਮਿਕ ਜਗ੍ਹਾ, ਜਿਹੜੀ ਆਪਣੀ ਰੋਜ਼ਮर्रा ਦੀ ਜ਼ਿੰਦਗੀ ਦੇ ਕੰਮਾਂ ਵਾਲੀ ਜਗ੍ਹਾ, ਜੇ ਆਪਾਂ ਉੱਥੋਂ ਦੀ ਵੀ ਗੱਲ ਕਰੀਏ, ਉੱਥੇ ਵੀ ਰਾਤ ਨੂੰ 8 ਵਜੇ ਤੋਂ ਬਾਅਦ, 9 ਵਜੇ ਤੋਂ ਬਾਅਦ ਆਪਾਂ ਨੂੰ ਖੁਦ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਾਡੀਆਂ ਧੀਆਂ, ਸਾਡੀਆਂ ਭੈਣਾਂ ਸੁਰੱਖਿਅਤ ਨਹੀਂ ਹੈਗੀਆਂ। ਹੁਣ ਇਹੀ ਹੈ ਕਿ ਹੋਰ ਆਪਾਂ ਵੀਡੀਓਜ਼ ਬਹੁਤ ਦੇਖਦੇ ਹਾਂ ਕਿ ਵੱਖ-ਵੱਖ ਜਿਹੜੇ ਆਗੂ ਨੇ, ਵੱਖ-ਵੱਖ ਜਿਹੜੇ ਸਮਾਜ ਸੇਵੀ ਨੇ, ਉਹਨਾਂ ਵੱਲੋਂ ਵੀ ਵੱਖ-ਵੱਖ ਵੀਡੀਓਜ਼ ਬਣਾਈਆਂ ਜਾਂਦੀਆਂ ਨੇ, ਵਿਚਾਰ ਚਰਚਾ ਕੀਤੀ ਜਾਂਦੀ ਹੈ, ਕਹਿੰਦੇ ਨੇ ਕਿ ਇਹ ਕਰ ਸਕਦੇ ਹਾਂ, ਇਹ ਕਰ ਸਕਦੇ ਹਾਂ, ਪਰ ਜਿਹੜਾ ਉਹਨਾਂ ਦਾ ਮੇਨ ਫੋਕਸ ਹੁੰਦਾ ਉਹ ਸਿਰਫ ਪ੍ਰੋਬਲਮ ਨੂੰ ਦੱਸਣਾ ਹੁੰਦਾ ਹੈ। ਉਹ ਸਿਰਫ ਦੱਸਦੇ ਨੇ ਕਿ ਪ੍ਰੋਬਲਮ ਕੀ ਹੈ, ਇਹ ਬਹੁਤ ਵੱਡੀ ਪ੍ਰੋਬਲਮ ਹੈ ਜੀ, ਦੇਸ਼ ਵਿੱਚ ਇਹ ਹੋ ਰਿਹਾ ਹੈ, ਔਰਤਾਂ ਸੁਰੱਖਿਅਤ ਨਹੀਂ, ਪਰ ਕੋਈ ਵੀ ਰਾਜਨੇਤਾ, ਕੋਈ ਵੀ ਸਮਾਜ ਸੇਵੀ ਇਸ ਦੇ ਹੱਲ ਵੱਲ ਗੱਲ ਨਹੀਂ ਕਰਦਾ।
ਜਿਵੇਂ ਤੁਸੀਂ ਕਿਹਾ ਕਿ ਇਸ ਵੀਡੀਓ ਵਿੱਚ ਆਪਾਂ ਇਹੀ ਗੱਲ ਕਰਨੀ ਹੈ, ਇਹੀ ਜ਼ਿਕਰ ਕਰਨਾ ਹੈ ਕਿ ਕਿਸ ਤਰ੍ਹਾਂ ਆਪਾਂ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਦੇ ਹਾਂ, ਕੀ ਸਰਕਾਰ ਉਹ ਕਦਮ ਚੁੱਕ ਸਕਦੀ ਹੈ, ਕੀ ਆਮ ਲੋਕ ਚੁੱਕ ਸਕਦੇ ਨੇ, ਆਪਣਾ ਸੁਸਾਇਟੀ ਦੇ ਪ੍ਰਤੀ ਕੀ ਫਰਜ਼ ਬਣਦਾ ਹੈ, ਕਿਸ ਤਰ੍ਹਾਂ ਆਪਾਂ ਆਪਣੇ ਘਰਾਂ ਦੀਆਂ, ਆਪਣੇ ਸੁਸਾਇਟੀ ਦੀਆਂ, ਆਪਣੇ ਰਿਸ਼ਤੇਦਾਰਾਂ ਦੀਆਂ, ਆਪਣੀ ਜਾਣ ਪਹਿਚਾਣ ਵਾਲੀਆਂ, ਗਲੀ ਗਵਾਂਢ ਦੀਆਂ ਔਰਤਾਂ ਨੂੰ ਸੇਫ ਮਹਿਸੂਸ ਕਰਾ ਸਕਦੇ ਹਾਂ। ਜੀ, ਤਾਂ ਇੱਕ ਅਸੀਂ ਪੁਰਾਤਨ ਸਮੇਂ ਤੋਂ ਦੇਖੀਏ, ਅਜੋਕੇ ਸਮੇਂ ਵਿੱਚ ਅਸੀਂ ਆ ਜਾਈਏ, ਚਾਹੇ ਅਸੀਂ ਐਜੂਕੇਸ਼ਨ ਬਹੁਤ ਹਾਸਲ ਕਰ ਲਈ ਹੈ, ਅਸੀਂ ਕਹਿ ਰਹੇ ਹਾਂ ਕਿ ਕੁੜੀਆਂ ਮੁੰਡਿਆਂ ਦੇ ਬਰਾਬਰ ਹੋ ਚੁੱਕੀਆਂ, ਹਰ ਇੱਕ ਪ੍ਰੋਫੈਸ਼ਨ ਦੇ ਵਿੱਚ ਕੁੜੀਆਂ ਅੱਗੇ ਆ ਰਹੀਆਂ ਹੈਗੀਆਂ, ਪਰ ਜਿਵੇਂ ਗੁਰਵਿੰਦਰ ਨੇ ਕਿਹਾ ਕਿ ਅੱਜ ਵੀ ਕੋਈ ਵੀ ਇਹੋ ਜਿਹੀ ਜਗ੍ਹਾ ਨਹੀਂ ਹੈਗੀ ਕਿ ਇੱਕ ਸ਼ਾਮ ਜਾਂ ਸੂਰਜ ਢਲਣ ਤੋਂ ਬਾਅਦ ਕਿਤੇ ਵੀ ਸਾਡੀ ਔਰਤ ਜਾਂ ਬੇਟੀ ਜਿਹੜੀ ਹੈ ਸਾਨੂੰ ਸੁਰੱਖਿਅਤ ਨਜ਼ਰ ਆਉਂਦੀ ਹੈ। ਸਰਕਾਰ ਚਾਹੇ ਬਹੁਤ ਕੁਝ ਕਰ ਸਕਦੀ ਹੈ, ਜਿਸ ਤਰੀਕੇ ਨਾਲ ਗੁਰਵਿੰਦਰ ਅਸੀਂ ਦੇਖਿਆ ਕਿ ਇਸ ਤੋਂ ਪਹਿਲਾਂ ਡੀਮੋਨਟਾਈਜੇਸ਼ਨ ਆਈ, ਠੀਕ ਹੈ, ਉਦੋਂ ਵੀ ਸਾਨੂੰ ਨਹੀਂ ਪਤਾ ਸੀ, ਆਮ ਲੋਕਾਂ ਨੂੰ ਨਹੀਂ ਪਤਾ ਸੀ, ਕਿਉਂਕਿ ਜੇਕਰ ਲੋਕਾਂ ਦੀ ਰਾਏ ਪੁੱਛੀ ਜਾਂਦੀ ਤਾਂ ਅਸੀਂ ਸੋਚਦੇ ਹਾਂ ਕਿ ਉਦੋਂ ਡੀਮੋਨਟਾਈਜੇਸ਼ਨ ਨਹੀਂ ਹੋਣੀ ਸੀ ਜੇ ਲੋਕਾਂ ਦਾ ਪੱਖ ਦੇਖਿਆ ਜਾਂਦਾ। ਉਸ ਤੋਂ ਬਾਅਦ GST ਲਿਆਂਦਾ ਗਿਆ, ਜੇਕਰ ਫਿਰ ਕੁਝ ਕੁ ਲੋਕੀ ਉਸਦੇ ਪੱਖ 'ਚ ਸੀ, ਕੁਝ ਵਿਰੋਧ ਦੇ ਵਿੱਚ ਸੀਗੇ, ਤੇ ਹੁਣ ਜਿਹੜੀ ਹੈਗੇ ਖੇਤੀ ਕਾਨੂੰਨਾਂ ਦੀ ਗੱਲ ਕਰੀਏ ਤਾਂ ਖੇਤੀ ਕਾਨੂੰਨ ਵੀ ਕਿਸੇ ਨੂੰ, ਜੇ ਕਿਸਾਨ ਜਥੇਬੰਦੀਆਂ ਦੀ ਗੱਲ ਕਰੀਏ ਉਹ ਵੀ ਸੋਚਦੇ ਵੀ ਸਾਡੇ ਪੱਖ ਦੇ ਵਿੱਚ ਹੈ, ਕੁਝ ਕਹਿੰਦਾ ਸਾਡੇ ਨਿਰਪੱਖ ਦੇ ਵਿੱਚ ਹੈ। ਇਸੇ ਹੀ ਤਰੀਕੇ ਦੇ ਨਾਲ ਸਰਕਾਰ ਦੇ ਕੋਲ ਇੱਕ ਬਹੁਤ ਵੱਡੀ ਪਾਵਰ ਹੈਗੀ ਹੈ, ਅਗਰ ਉਹ ਚਾਹੇ ਤਾਂ ਸਮਾਜ ਦੇ ਵਿੱਚ ਸਾਡੀ ਔਰਤ ਦਾ ਜੇਕਰ ਸਥਾਨ ਉਹ ਬਦਲਣਾ ਚਾਹੁੰਦੀ ਹੈ ਤਾਂ ਕੋਈ ਨਾ ਕੋਈ ਕਾਨੂੰਨ, ਜਾਂ ਅਸੀਂ ਕਹੀਏ ਕਿ ਕੁਝ ਇਹੋ ਜਿਹੀਆਂ ਗਤੀਵਿਧੀਆਂ ਵੀ ਕੀਤੀਆਂ ਜਾ ਸਕਦੀਆਂ, ਜਾਂ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਵੀ ਸੁਧਾਰ ਕੀਤਾ ਜਾ ਸਕਦਾ, ਤਾਂ ਹਰ ਇੱਕ ਲੈਵਲ ਦੇ ਉੱਪਰ ਜਾ ਕੇ ਇਹ ਸੁਧਾਰ ਕੀਤੇ ਜਾ ਸਕਦੇ ਤੇ ਕਿ ਜੋ ਮੈਂਟੈਲਿਟੀ ਜਿਹੜੀ ਬਣੀ ਹੋਈ ਹੈ ਇਸ ਨੂੰ ਕਿਸੇ ਪੁਆਇੰਟ ਦੇ ਉੱਪਰ ਅਸੀਂ ਬਦਲ ਵੀ ਸਕਦੇ ਹਾਂ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਦਾ ਬਦਲਾਵ ਜਿਹੜਾ ਹੈਗਾ, ਜਾਂ ਸਰਕਾਰ ਤੋਂ ਕਿੱਦਾਂ ਦੀ ਅਸੀਂ ਉਮੀਦ ਕਰ ਸਕਦੇ ਹਾਂ, ਜਾਂ ਕੀ ਬਦਲਾਵ ਜਿਹੜੇ ਹੈਗੇ ਜਿਹੜੇ ਸਰਕਾਰੀ ਨੁਮਾਇੰਦੇ ਆ ਉਹ ਖਾਸ ਕਰਕੇ ਕਰ ਸਕਦੇ ਆ? ਬਿਲਕੁਲ ਮਨਦੀਪ ਜੀ, ਤੁਸੀਂ ਕਿਹਾ ਸਰਕਾਰ ਕੋਲ ਬਹੁਤ ਵੱਡੀਆਂ ਪਾਵਰਾਂ ਹੁੰਦੀਆਂ ਨੇ, ਸਰਕਾਰ ਚਾਹੇ ਤਾਂ ਬਹੁਤ ਕੁਝ ਬਦਲ ਸਕਦੀ ਹੈ। ਮੇਰੇ ਹਿਸਾਬ ਨਾਲ ਜਿਹੜਾ ਆਪਣੇ ਸਮਾਜ ਵਿੱਚ ਜਿਹੜਾ ਜੋ ਵੀ ਕੁਝ ਚੱਲ ਰਿਹਾ ਹੁੰਦਾ ਉਹਦਾ ਸਾਰਾ ਕੰਟਰੋਲ ਸਰਕਾਰ ਦੇ ਹੱਥ ਵਿੱਚ ਹੀ ਹੁੰਦਾ। ਜੇਕਰ ਆਪਾਂ ਔਰਤਾਂ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ ਸਰਕਾਰ ਲਾਜ਼ਮੀ ਤੌਰ ਤੇ ਬਹੁਤ ਵੱਡੇ ਸਟੈਪ ਚੱਕ ਕੇ ਇਸ ਨੂੰ ਯਕੀਨੀ ਬਣਾ ਕੇ ਬਹੁਤ ਹੀ ਵੱਡਾ ਬਦਲਾਅ ਸਮਾਜ ਵਿੱਚ ਲਿਆ ਸਕਦੀ ਹੈ। ਜੇ ਆਪਾਂ ਟਿਪੀਕਲੀ ਗੱਲ ਕਰੀਏ ਕਿ ਇਹ ਜੋ ਸ਼ੋਸ਼ਣ ਹੁੰਦਾ ਔਰਤਾਂ ਦਾ, ਇਹ ਕਿਉਂ ਹੁੰਦਾ, ਸਭ ਤੋਂ ਮੇਨ ਪੁਆਇੰਟ ਹੈ, ਜਿਹੜਾ ਰੂਟ ਕਾਜ਼ ਹੈ, ਉਹ ਹੈਗੀ ਹੈ ਇਲਿਟਰੇਸੀ, ਜਾਂ ਜਿਹਨੂੰ ਕਹਿੰਦੇ ਕਿ ਆਪਣੇ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹ ਇਸ ਤਰ੍ਹਾਂ ਦਾ ਕਿ ਕਿਤੇ ਵੀ, ਕਿਸੇ ਵੀ ਸਕੂਲ ਵਿੱਚ, ਕਿਸੇ ਵੀ ਕਾਲਜ ਵਿੱਚ, ਕਿਸੇ ਵੀ ਧਰਮ ਵਿੱਚ, ਕਿਸੇ ਵੀ ਘਰ ਵਿੱਚ ਇਹ ਨਹੀਂ ਪੜ੍ਹਾਇਆ ਜਾਂਦਾ, ਇਹ ਨਹੀਂ ਸਿਖਾਇਆ ਜਾਂਦਾ ਕਿ ਔਰਤਾਂ ਦੀ ਰਿਸਪੈਕਟ ਕਿਵੇਂ ਕਰਨੀ ਹੈ। ਬੇਸ਼ੱਕ ਆਪਣੇ ਦੇਸ਼ ਵਿੱਚ ਕਾਨੂੰਨ ਇਹੋ ਜਿਹੇ ਬਣੇ ਹੋਏ ਨੇ ਕਿ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਕੰਮਕਾਰ ਵਿੱਚ, ਰੁਜ਼ਗਾਰ ਵਿੱਚ, ਪੜ੍ਹਾਈ ਵਿੱਚ, ਨੌਕਰੀ ਵਿੱਚ ਸਾਰੇ ਕਿਤੇ ਰਿਜ਼ਰਵੇਸ਼ਨ ਦਿੱਤੀ ਗਈ ਹੈ, ਪਰ ਉਸ ਰਿਜ਼ਰਵੇਸ਼ਨ ਨਾਲ ਕੀ ਹੁੰਦਾ ਹੈ, ਹੁਣ ਕੁਝ ਕੁ ਲੋਕ ਇੱਥੇ ਮੇਰੇ ਨਾਲ ਸਹਿਮਤ ਨਹੀਂ ਹੋਣਗੇ, ਉਹਨਾਂ ਨੂੰ ਇਹ ਲੱਗੇਗਾ ਕਿ ਮੈਂ ਗਲਤ ਕਹਿ ਰਿਹਾ, ਪਰ ਜਦੋਂ ਆਪਾਂ ਕਿਸੇ ਨੂੰ ਰਿਜ਼ਰਵੇਸ਼ਨ ਦਿੰਦੇ ਆ, ਆਪਾਂ ਇੱਕ ਉਹਨਾਂ ਨਾਲ ਇੱਕ ਇਦਾਂ ਦੀ ਭਾਵਨਾ ਕ੍ਰੀਏਟ ਕਰ ਦਿੰਦੇ ਆ ਕਿ ਤੁਸੀਂ ਕਮਜ਼ੋਰ ਹੋ, ਕਮਜ਼ੋਰ ਵਰਗ ਆਪਾਂ ਉਹਨਾਂ ਨੂੰ ਐਲਾਨ ਕਰ ਦਿੰਦੇ ਆ, ਕਮਜ਼ੋਰ ਵਰਗ ਐਲਾਨ ਕਰਕੇ ਆਪਾਂ ਉਹਨਾਂ ਨੂੰ ਰਿਜ਼ਰਵੇਸ਼ਨ ਦਿੰਦੇ ਆ ਕਿ ਬਚਪਨ ਤੋਂ ਜੇਕਰ ਆਪਾਂ ਗੱਲ ਕਰੀਏ ਤਾਂ ਵੱਖ-ਵੱਖ ਸਰਕਾਰਾਂ ਸਕੀਮਾਂ ਚਲਾਉਂਦੀਆਂ ਨੇ। ਇੱਕ ਜਿਵੇਂ ਆਪਾਂ ਕਹਿੰਦੇ ਨੇ ਕਿ ਕਿਸੇ ਤੇ ਕਰਜ਼ਾ ਹੈ, ਕਿਸੇ ਤੇ ਬੋਝ ਹੈ, ਉਹਨੂੰ ਹਲਕਾ ਕਰਨ ਲਈ ਆਪਾਂ ਉਹਨਾਂ ਨੂੰ ਡੈਬਟ ਦਿੰਦੇ ਆ, ਉਹਨਾਂ ਨੂੰ ਸਰਕਾਰਾਂ ਸਕੀਮਾਂ ਦਿੰਦੀਆਂ ਨੇ। ਕੁੜੀਆਂ ਨੂੰ, ਬੱਚਿਆਂ ਨੂੰ ਬਚਪਨ ਤੋਂ ਹੀ ਇੱਕ ਬੋਝ ਦਰਸਾਇਆ ਜਾਂਦਾ ਸਮਾਜ ਕਿ ਹਾਂਜੀ ਕੁੜੀਆਂ ਤਾਂ ਹੈ ਹੀ ਬੋਝ ਨੇ ਮਾਪਿਆਂ ਤੇ, ਉਹ ਬੋਝ ਹਲਕਾ ਕਰਨ ਲਈ ਸਰਕਾਰਾਂ ਮਦਦ ਕਰਦੀਆਂ ਨੇ, ਸਕੀਮਾਂ ਚਲਾਉਂਦੀਆਂ ਨੇ। ਬਿਲਕੁਲ ਜੀ, ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਸਾਡੀਆਂ ਸਰਕਾਰਾਂ ਸਮੇਂ-ਸਮੇਂ ਤੇ ਸਾਡੀਆਂ ਬੇਟੀਆਂ ਦੇ ਲਈ ਲੈ ਕੇ ਆਂਦੀਆਂ ਹੈਗੀਆਂ। ਜੇਕਰ ਅਸੀਂ ਸ਼ੁਰੂ ਤੋਂ ਹੀ ਗੱਲ ਕਰੀਏ ਗੁਰਵਿੰਦਰ, ਤਾਂ ਇੱਕ ਗੱਲ ਹੈਗੀ ਕਿ ਅਗਰ ਕੋਈ ਸਿੰਗਲ ਗਰਲ ਚਾਈਲਡ ਹੈਗਾ ਤਾਂ ਉਸ ਨੂੰ ਜਨਮ ਦੇ ਉੱਪਰ ਹੀ ਸਰਕਾਰ ਦੇ ਵੱਲੋਂ ਕੁਝ ਰਾਸ਼ੀ ਜਿਹੜੀ ਹੈਗੀ ਹੈ ਭੇਟ ਕਰ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਸੁਕੰਨਿਆ ਸਮਰਿੱਧੀ ਯੋਜਨਾ ਜਿਹੜੀ ਹੈਗੀ ਉਸ ਦੇ ਵਿੱਚ ਵੀ ਬੱਚੀਆਂ ਦੇ ਹੱਕ ਦੀ ਗੱਲ ਕੀਤੀ ਗਈ ਹੈ ਕਿ ਤੁਸੀਂ 1000 ਜਾਂ ਉਸ ਤੋਂ ਵੱਧ ਦੀ ਅਮਾਉਂਟ ਉਸ ਦੇ ਵਿੱਚ ਜਮ੍ਹਾਂ ਕਰਾ ਸਕਦੇ ਹੋ, ਤੇ ਐਟ ਦਾ ਉਸ ਤੋਂ ਜਿਹੜੇ ਹੈਗਾ 14 ਇਅਰਸ ਦੇ ਪੀਰੀਅਡ ਦੇ ਬਾਅਦ ਜਿਹੜੇ ਹੈਗੇ ਤੁਸੀਂ ਉਹ ਪੈਸੇ ਲੈ ਵੀ ਸਕਦੇ ਹੋ, ਤੇ 18 ਸਾਲ ਦੀ ਮੈਜੋਰਿਟੀ ਤੋਂ ਬਾਅਦ ਜਦੋਂ ਇੱਕ ਬੱਚਾ ਮੈਚਿਓਰ ਹੋ ਜਾਂਦਾ ਉਦੋਂ ਤੁਹਾਨੂੰ ਉਹ ਪੇਮੈਂਟ ਮਿਲ ਜਾਂਦੀ ਹੈ। ਉਸ ਤੋਂ ਬਾਅਦ ਸ਼ਗਨ ਸਕੀਮ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹ ਵੀ ਸਾਡੀਆਂ ਬੇਟੀਆਂ ਦੇ ਲਈ ਹੁੰਦੀ ਹੈ। ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਸਕੀਮਾਂ ਜਿਹੜੀ ਹੈ ਸਾਡੀ ਸਰਕਾਰ ਲੈ ਕੇ ਆਉਂਦੀ ਹੈ, ਸਮੇਂ-ਸਮੇਂ ਤੇ ਲੈ ਕੇ ਆਉਂਦੀ ਹੈ, ਖਾਸ ਕਰਕੇ ਸਾਡੀਆਂ ਬੇਟੀਆਂ ਦੇ ਲਈ, ਤਾਂ ਕਿ ਉਹਨਾਂ ਨੂੰ ਸਮਾਜ ਦੇ ਵਿੱਚ ਇੱਕ ਅਸੀਂ ਕਹੀਏ ਕਿ ਵੈਸੇ ਤਾਂ ਉਹਨਾਂ ਦਾ ਇੱਕ ਪੁਆਇੰਟ ਹੈਗਾ ਕਿ ਉਹ ਸੋਚਦੇ ਕਿ ਇਹਨਾਂ ਕੋਲ ਕੁਝ ਨਹੀਂ ਹੈਗਾ, ਹਨਾ, ਤੇ ਜੇ ਕੁੜੀਆਂ ਦੀ ਦੇਖਭਾਲ ਕੌਣ ਕਰੇਗਾ। ਇੱਕ ਪੰਘੂੜਾ ਸਕੀਮ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਸ ਦੇ ਵਿੱਚ ਵੀ ਸਰਕਾਰ ਬਾਰ-ਬਾਰ ਇਸੇ ਗੱਲ ਤੇ ਜ਼ੋਰ ਦੇ ਰਹੀ ਹੈ ਕਿ ਭਰੂਣ ਹੱਤਿਆ ਨੂੰ ਰੋਕਣ ਦੇ ਲਈ ਇੱਕ ਪੰਘੂੜਾ ਸਕੀਮ ਵੀ ਚਲਾਈ ਗਈ ਹੈ, ਜਿਸ ਦੇ ਵਿੱਚ ਕਿ ਤੁਸੀਂ ਆਪਣੇ ਭਰੂਣ ਦੀ ਹੱਤਿਆ ਨਾ ਕਰੋ, ਤੇ ਜਦੋਂ ਬਰਥ ਹੁੰਦਾ ਬੇਬੀ ਦਾ ਤੁਸੀਂ ਉਸ ਪੰਘੂੜੇ ਦੇ ਵਿੱਚ ਰੱਖ ਸਕਦੇ ਹੋ, ਜੇਕਰ ਤੁਸੀਂ ਇਸ ਚੀਜ਼ ਦੇ ਕਾਬਲ ਨਹੀਂ ਹੈਗੇ ਕਿ ਉਸ ਬੱਚੇ ਦੀ ਟੇਕ ਕੇਅਰ ਤੁਸੀਂ ਕਰ ਸਕਦੇ ਹੋ। ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੈਗੀਆਂ। ਹੁਣ
ਸੋਚਣਾ ਇਹ ਹੈ, ਲੋਕੀ ਸੋਚਦੇ ਆ, ਦੇਖੋ ਜੀ ਕਹਿੰਦੇ ਜੀ ਸਾਨੂੰ ਤਾਂ ਕਿਤੋਂ ਵੀ ਕੁਝ ਵੀ ਮਿਲ ਜੇ, ਫ੍ਰੀ ਦੀ ਕੋਈ ਚੀਜ਼ ਮਾੜੀ ਨਹੀਂ ਹੁੰਦੀ। ਤਾਂ ਇਹ ਮੈਂਟੈਲਿਟੀ ਦੇ ਇੱਕ ਬਹੁਤ ਵੱਡਾ ਅਸਰ ਕ੍ਰੀਏਟ ਕਰਦੀ ਹੈਗੀ ਹੈ ਸਾਡੇ ਸਮਾਜ ਦੇ ਵਿੱਚ, ਚਾਹੇ ਉਹ ਸਾਡੀਆਂ ਭੈਣਾਂ ਨੇ, ਠੀਕ ਹੈ, ਚਾਹੇ ਇੱਕ ਲੇਡੀਜ਼ ਹੈਗੀਆਂ, ਉਹ ਵੀ ਸੋਚਦੀਆਂ ਜੀ ਸਾਡੀਆਂ ਬੇਟੀਆਂ ਨੂੰ ਕੁਝ ਮਿਲ ਜੇ। ਤਾਂ ਇਹ ਸਾਰੀਆਂ ਚੀਜ਼ਾਂ ਦਾ ਇੱਕ ਨੈਗੇਟਿਵ ਰੂਪ ਜੇਕਰ ਅਸੀਂ ਗੱਲ ਕਰੀਏ ਤਾਂ ਉਹ ਕਿੱਦਾਂ ਦਾ ਹੋ ਸਕਦਾ ਹੈਗਾ? ਗੱਲ ਫਿਰ ਮਨਦੀਪ ਉੱਥੇ ਹੀ ਘੁੰਮ ਕੇ ਆ ਜਾਂਦੀ ਹੈ ਕਿ ਜਿਹੜੇ ਮੈਂਟੈਲਿਟੀ ਹੈ, ਕਿਉਂਕਿ ਇਹ ਦੇਖੋ ਨਾ ਕਿ ਇਸ ਵਿਕਟਿਮ ਕੌਣ ਹੈ ਤੇ ਜਿਹੜਾ ਕ੍ਰਾਈਮ ਕਮਿਟ ਕਰ ਰਿਹਾ ਉਹ ਕੌਣ ਹੈ। ਇਹ ਕੀ ਕਰਦੇ ਨੇ, ਜਦੋਂ ਲੜਕੀਆਂ ਨੂੰ ਤੁਸੀਂ ਜਦੋਂ ਬੱਚਿਆਂ ਨੂੰ ਬੇਚਾਰੀ ਬਣਾਤਾ, ਤੁਸੀਂ ਉਹਨਾਂ ਨੂੰ ਪਹਿਲਾਂ ਹੀ ਕਹਤਾ ਕਿ ਤੁਸੀਂ ਇਸ ਕਾਬਿਲ ਹੀ ਨਹੀਂ ਹੈਗੇ ਕਿ ਤੁਸੀਂ ਜਿਹੜੀ ਆਪਣੀ ਜੌਬਸ ਹੈ, ਆਪਣੀ ਐਜੂਕੇਸ਼ਨ ਹੈ, ਆਪਣੇ ਬੇਸਿਕ ਜਿਹੜੇ ਆਪਾਂ ਕਹਿੰਦੇ ਖਰਚੇ ਉਹ ਆਪ ਚੱਕ ਸਕੋ। ਤੁਸੀਂ ਪਹਿਲਾਂ ਹੀ ਜਦੋਂ ਕਿਸੇ ਨੂੰ ਨੀਚੇ ਦਬਾਤਾ, ਹੁਣ ਉਹਨਾਂ ਨੂੰ ਤਾਂ ਮੈਂਟਲੀ ਇਹ ਲੱਗੇਗਾ ਨਾ ਕਿ ਅਸੀਂ ਤਾਂ ਕਮਜ਼ੋਰ ਹਾਂ। ਜਦੋਂ ਮੈਂਟਲੀ ਕਮਜ਼ੋਰ ਨੇ, ਜਦੋਂ ਉਹਨਾਂ ਦੀ ਇਨਰ ਜਿਹੜੀ ਹੁੰਦੀ ਹੈ ਪਰਵਰਿਸ਼ ਹੀ ਉਸ ਤਰੀਕੇ ਨਾਲ ਕੀਤੀ ਗਈ ਹੈ, ਫਿਰ ਆਪਾਂ ਇਹ ਉਮੀਦ ਕਿਵੇਂ ਕਰ ਸਕਦੇ ਹਾਂ ਕਿ ਉਹ ਆਪਣਾ ਫਾਈਟ ਬੈਕ ਕਰਨ ਜਾਂ ਆਪਣਾ ਸਟਰਗਲ ਕਰਕੇ ਲੈਣ। ਥੋੜੀ ਜਿਹੀ ਇੱਥੇ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਕਿ ਜੇਕਰ ਆਪਾਂ ਬਾਹਰਲੇ ਮੁਲਕਾਂ ਦੀ ਗੱਲ ਕਰੀਏ, ਕੈਨੇਡਾ, ਅਮਰੀਕਾ ਵਰਗੇ, ਹਾਂ ਕ੍ਰਾਈਮਸ ਉੱਥੇ ਵੀ ਹੈਗੇ ਨੇ ਵੂਮਨ ਦੇ ਅਗੇਂਸਟ, ਪਰ ਇੰਨੇ ਜ਼ਿਆਦਾ ਨਹੀਂ। ਉੱਥੇ ਇਕੁਐਲਿਟੀ ਹੈ। ਉੱਥੇ ਜਿਹੜੇ ਕਨਸਟੀਟਿਊਸ਼ਨ ਚ, ਜਿਵੇਂ ਆਪਣਾ ਕਨਸਟੀਟਿਊਸ਼ਨ ਕਹਿੰਦਾ ਕਿ ਐਵਰੀਬਾਡੀ ਇਜ਼ ਇਕੁਅਲ ਬਿਫੋਰ ਲਾਅ, ਤਾਂ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਇੱਕ ਪਾਸੇ ਤੁਸੀਂ ਕਹਿੰਦਾ ਇਕੁਐਲਿਟੀ ਹੈ, ਸਾਰੇ ਇਕੁਅਲ ਨੇ, ਫਿਰ ਤੁਸੀਂ ਹਰ ਇੱਕ ਸੈਕਟਰ 'ਚ, ਹਰ ਇੱਕ ਫੀਲਡ 'ਚ ਰਿਜ਼ਰਵੇਸ਼ਨ ਰੱਖ ਰਹੇ ਹੋ, ਇਦਾਂ ਦੀਆਂ ਕੁੜੀਆਂ ਲਈ ਸਕੀਮਾਂ ਚਲਾ ਰਹੇ ਹੋ। ਇਹ ਕੀ ਕਰਦਾ ਹੈ, ਉਹ ਕੁੜੀਆਂ ਨੂੰ ਵਿਚਾਰੀ ਬਣਾਤਾ। ਹੁਣ ਬਾਹਰਲੇ ਕੰਟਰੀਜ਼ 'ਚ ਕੀ ਹੈ, ਜਦੋਂ ਵੀ ਕੋਈ ਜੌਬ ਲਈ ਜਾਂਦਾ ਹੈ, ਉੱਥੇ ਉਹਨਾਂ ਦਾ ਪੁੱਛਿਆ ਨਹੀਂ ਜਾਂਦਾ ਕਿ ਤੁਸੀਂ ਮੇਲ ਹੋ ਫੀਮੇਲ ਹੋ। ਉਹਨਾਂ ਨੂੰ ਇਹ ਡਿਸਕ੍ਰਿਮੀਨੇਸ਼ਨ ਕਿਸੇ ਬੇਸਿਸ ਤੇ ਨਹੀਂ ਹੁੰਦੀ ਕਿ ਆਪਣੇ ਤਾਂ ਹੁਣ ਕੋਈ ਕੰਮ ਹੈ, ਹੁਣ ਕਿਸੇ ਇੰਜੀਨੀਅਰ ਦਾ ਕੰਮ ਲਾ ਲਓ, ਕਿਸੇ ਫੈਕਟਰੀ 'ਚ ਕੰਮ ਕਰਨਾ ਹੈ, ਕਹਿਣਗੇ ਜੇ ਹੈਵੀ ਲੋਡ ਵਾਲਾ ਕੰਮ ਹੈ ਤਾਂ ਉਹ ਔਰਤ ਕਰ ਨਹੀਂ ਸਕਦੀ, ਬਿਲਕੁਲ ਠੀਕ ਹੈ। ਕੁਛ ਹੱਦ ਤੱਕ ਇਹ ਗੱਲ ਜਾਇਜ਼ ਹੈ, ਪਰ ਇਸ ਦਾ ਮਤਲਬ ਇਹ ਵੀ ਨਹੀਂ ਨਾ ਕਿ ਜਿਹੜਾ ਮਰਦ ਹੈ ਉਸ ਨੂੰ ਤੁਸੀਂ ਐਕਸਪਲੋਇਟ ਕਰੋ। ਜਦੋਂ ਹੁਣ ਤੁਸੀਂ ਵੂਮਨ ਨੂੰ ਉਹ ਜੌਬ ਨਹੀਂ ਦੇ ਰਹੇ ਤਾਂ ਤੁਹਾਨੂੰ ਕੁਝ ਸੀਟਾਂ ਨੇ ਜਿਹੜੀਆਂ ਆਫਿਸ ਸਿਟਿੰਗ ਜੌਬ ਹੈ ਉਸ ਦੇ ਵਿੱਚ ਰਿਜ਼ਰਵ ਕਰੋਗੇ। ਹੁਣ ਜਦੋਂ ਵੂਮਨ ਨੇ ਫਾਈਟ ਕਰਕੇ, ਆਪਣਾ ਸੰਘਰਸ਼ ਕਰਕੇ ਉਹ ਲਈ ਨਹੀਂ ਜੌਬ, ਤਾਂ ਆਬਵੀਅਸਲੀ ਹੈ ਕਿ ਉਹਨੂੰ ਲੱਗੇਗਾ ਕਿ ਇਹ ਮੇਰੇ ਤੇ ਤਰਸ ਦੇ ਆਧਾਰ ਤੇ ਮੈਨੂੰ ਮਿਲੀ ਹੈ, ਕਿਉਂਕਿ ਮੈਂ ਔਰਤ ਆ, ਮੈਨੂੰ ਇਹ ਜੌਬ ਮਿਲੀ, ਬਿਲਕੁਲ ਠੀਕ ਹੈ। ਤਾਂ ਜਦੋਂ ਹੁਣ ਉਹ ਤਰਸ ਦੇ ਆਧਾਰ ਤੇ ਉਹਨੇ ਜੌਬ ਲੈ ਲਈ, ਤਾਂ ਉਹਦੇ ਮਨ 'ਚ ਇੱਕ ਇਨਸਿਕਿਉਰਿਟੀ ਰਹੇਗੀ ਕਿ ਜਿਹੜਾ ਆਪਣਾ ਸੋਸਾਇਟੀ ਦਾ ਆਪਾਂ ਨੂੰ ਪਤਾ ਹੈ ਕਿ ਆਪਣਾ ਮਰਦ ਪ੍ਰਧਾਨ ਸੋਸਾਇਟੀ, ਆਪਣਾ ਮਰਦ ਪ੍ਰਧਾਨ ਸਮਾਜ ਹੈ, ਠੀਕ ਹੈ। ਫਿਰ ਉਹ ਸਾਰਾ ਟਾਈਮ ਆਪਣਾ ਜੌਬ ਦਾ ਜਿਹੜਾ ਹੈਗਾ ਉਹ ਮਰਦ ਨੂੰ, ਜਿਹੜਾ ਵੀ ਉੱਥੋਂ ਦਾ ਬੌਸ ਹੁੰਦਾ, ਜਿਹੜਾ ਵੀ ਹੈਡ ਹੁੰਦਾ, ਉਸ ਨੂੰ ਸੈਟੀਸਫਾਈ ਕਰਨ ਤੇ ਲਗਾ ਦਿੰਦੀ ਹੈ, ਬਿਲਕੁਲ ਲਗਾ ਦਿੰਦੀ ਹੈ। ਤੇ ਇਸੇ ਨਾਲ ਇਹ ਸਾਰੇ ਸਿੱਟੇ ਕੀ ਨਿਕਲਦੇ ਨੇ, ਜਿਹੜਾ ਕ੍ਰਾਈਮ ਰੇਟ ਹੈ, ਕਿਉਂਕਿ ਕੁਝ ਹੱਦ ਤੱਕ ਜਿਹੜੇ ਮਰਦ ਹੁੰਦੇ ਨੇ ਉਹਨਾਂ ਦੇ ਮਨ 'ਚ ਹੀਨ ਭਾਵਨਾ ਵੀ ਭਰ ਜਾਂਦੀ ਹੈ ਕਿ ਇਹ ਤਾਂ ਔਰਤ ਹੈ, ਇਹਦਾ ਤਾਂ ਚੱਲ ਜਾਏਗਾ, ਬੱਸ ਤੇ ਜਾਣਾ ਤਾਂ ਕਿਰਾਇਆ ਨਹੀਂ ਲੱਗੇਗਾ, ਜੇ ਟ੍ਰੇਨ ਤੇ ਜਾਣਾ ਤਾਂ ਉਹਨਾਂ ਨੂੰ ਅੱਡ ਇੱਕ ਬੋਗੀ ਮਿਲੇਗੀ, ਰਿਜ਼ਰਵਡ ਬੋਗੀ ਮਿਲੇਗੀ। ਉਹ ਸਾਰਾ ਕੀ ਕਰਦਾ ਹੈ, ਇਹ ਕੰਟਰੀਬਿਊਟ ਕਰਦਾ ਹੈ ਜਿਹੜੇ ਆਪਣੇ ਸਮਾਜ ਦੀ ਅੱਜ ਦੀ ਸਿਚੁਏਸ਼ਨ ਬਣੀ ਹੋਈ ਹੈ। ਸਰਕਾਰਾਂ ਨੂੰ ਲੋੜ ਹੈ ਕਿ ਰਿਜ਼ਰਵੇਸ਼ਨ ਨਾ ਹੋਵੇ। ਤੁਸੀਂ ਜਿਹੜੇ ਮੈਂਟਲੀ ਬੱਚੇ ਨੇ, ਜਿਹੜੇ ਆਪਣੇ ਐਜੂਕੇਸ਼ਨ ਸਿਸਟਮ ਹੈ ਉਸ ਦੇ ਵਿੱਚ ਇਦਾਂ ਦੇ ਸਬਜੈਕਟਸ ਪੜ੍ਹਾਓ, ਇਦਾਂ ਦੇ ਕੋਰਸਿਸ ਲੈ ਕੇ ਆਓ ਕਿ ਉਹਨਾਂ ਨੂੰ ਇੱਕ ਦੂਜੇ ਦੀ ਰਿਸਪੈਕਟ ਕਰਨੀ ਆਵੇ। ਜੇਕਰ ਆਪਾਂ ਔਰਤਾਂ ਨੂੰ, ਮਰਦਾਂ ਨੂੰ ਐਜ਼ ਹਿਊਮਨ ਬੀਇੰਗਸ ਟ੍ਰੀਟ ਕਰਾਂਗੇ, ਫੇਰ ਹੀ ਆਪਾਂ ਅੱਗੇ ਜਾ ਕੇ ਜਿਹੜੇ ਉਹ ਚੰਗਾ ਸਮਾਜ ਹੈ ਉਹਦੀ ਸਿਰਜਣਾ ਕਰ ਸਕਾਂਗੇ। ਆਪਾਂ ਨੂੰ ਤਾਂ ਸ਼ੁਰੂ ਤੋਂ ਪੜ੍ਹਾਈ ਇਹ ਜਾਂਦਾ, ਆਪਾਂ ਕੋ ਐਜੂਕੇਸ਼ਨ ਦੀ ਗੱਲ ਕਰਦੇ, ਆਪਣੇ ਸਕੂਲਾਂ ਵਿੱਚ ਕੋ ਐਜੂਕੇਸ਼ਨ ਹੈ ਜੀ, ਬੇਸ਼ੱਕ ਕੋ ਐਜੂਕੇਸ਼ਨ ਹੈ, ਪਰ ਤੁਸੀਂ ਇਹ ਦੇਖੋ ਕਿਹੜੇ ਸਕੂਲ ਨੇ ਜਿੱਥੇ ਜਿਹੜੀਆਂ ਲੜਕੀਆਂ ਤੇ ਲੜਕੇ ਨੇ ਉਹਨਾਂ ਨੂੰ ਇਕੱਠੇ ਬਿਠਾਇਆ ਜਾਂਦਾ, ਅੱਡ-ਅੱਡ ਰੋਜ਼ ਸੈਪਰੇਟ ਹੁੰਦੇ, ਅੱਡ-ਅੱਡ ਬੈਂਚ ਸੈਪਰੇਟ ਹੁੰਦੇ ਨੇ। ਇੱਕ ਸਾਧੂ ਨੇ ਇੱਕ ਗੱਲ ਕਹੀ ਸੀ, ਕਹਿੰਦੇ ਜਿੰਨਾ ਤੁਸੀਂ ਕਿਸੇ ਚੀਜ਼ ਤੋਂ ਦੂਰ ਜਾਓਗੇ, ਜਿੰਨਾ ਆਪਾਂ ਕਿਸੇ ਚੀਜ਼ ਨੂੰ ਆਪਾਂ ਦੂਰ ਰੱਖਾਂਗੇ, ਉਸੇ ਚੀਜ਼ ਨੂੰ ਪਾਉਣ ਦੀ ਲਾਲਸਾ ਉਨੀ ਜ਼ਿਆਦਾ ਵੱਧ ਜਾਂਦੀ ਹੈ। ਆਪਣੇ ਸਮਾਜ 'ਚ ਪਹਿਲਾਂ ਹੀ ਜਿਹੜੇ ਲੜਕੇ ਨੇ ਉਹਨਾਂ ਨੂੰ ਲੜਕੀਆਂ ਤੋਂ ਇੰਨਾ ਦੂਰ ਰੱਖਿਆ ਜਾਂਦਾ ਹੈ, ਉਹਨਾਂ ਨੂੰ ਇਹ ਰੱਖਿਆ ਜਾਂਦਾ ਕਿ ਲੜਕੀਆਂ ਤਾਂ ਅੱਡ ਨੇ, ਤੁਸੀਂ ਅੱਡ ਹੋ। ਜਦੋਂ ਇਹ ਡਿਫਰੈਂਸ ਕ੍ਰੀਏਟ ਕਰ ਦਿੱਤਾ ਜਾਂਦਾ ਹੈ, ਉਹ ਤੋਂ ਬਾਅਦ ਜਿਹੜੇ ਅਟਰੈਕਸ਼ਨ ਹੈ, ਜਿਹੜੀ ਬॉयਜ਼ ਦੀ ਗਰਲਸ ਦੇ ਪ੍ਰਤੀ ਅਟਰੈਕਸ਼ਨ ਹੈ ਉਹ ਵੱਧ ਜਾਂਦੀ ਹੈ। ਉਹਨਾਂ ਨੂੰ ਇਹ ਲੱਗਦਾ ਕਿ ਪਤਾ ਨਹੀਂ ਕੀ ਹੈ, ਅਸੀਂ ਦੇਖੀਏ, ਐਕਸਪਲੋਰ ਕਰੀਏ, ਐਕਸਾਈਟਮੈਂਟ ਵੱਧਦੀ ਹੈ। ਜਦੋਂ ਐਕਸਾਈਟਮੈਂਟ ਲੈਵਲ ਵੱਧਦਾ ਹੈ ਤਾਂ ਆਬਵੀਅਸਲੀ ਹੈ ਕਿ ਹਿਊਮਨ ਬੋਡੀ ਹੈ, ਕਿਤੇ ਨਾ ਕਿਤੇ ਤਾਂ ਐਕਸਾਈਟਮੈਂਟ ਫਿਰ ਨਿਕਲੇਗੀ। ਫਿਰ ਉਹ ਹੋ ਸਕਦਾ ਕਿ ਪਿੰਡ ਦੀਆਂ, ਆਪਣੇ ਗਲੀ ਗੁਆਂਢ 'ਚ ਜਾਂ ਫਿਰ ਰਿਲੇਟਿਵਸ, ਯਾਨੀ ਕਿ ਜਿੱਥੇ ਵੀ ਇੱਕ ਮਰਦ ਦੇਖਦਾ ਕਿ ਮੈਨੂੰ ਆਪਣੇ ਤੋਂ ਥੋੜੀ ਜਿਹੀ ਕਮਜ਼ੋਰ ਮਿਲੀ, ਉੱਥੇ ਹੀ ਉਹ ਆਪਣੀ ਐਕਸਾਈਟਮੈਂਟ ਕਰਨਾ ਸ਼ੁਰੂ ਕਰ ਦਿੰਦਾ, ਚਾਹੇ ਉਹ ਘਰ ਹੈ ਤੇ ਚਾਹੇ ਉਹ ਬਾਹਰ ਹੈਗਾ। ਬਿਲਕੁਲ ਜੀ, ਤਰਸ ਦੀ ਜਿਹੜੀ ਭਾਵਨਾ ਹੈਗੀ ਹੈ ਸਾਨੂੰ ਬਚਪਨ ਤੋਂ ਹੀ ਸਿਖਾ ਦਿੱਤੀ ਜਾਂਦੀ ਹੈ। ਸਾਡੀਆਂ ਬੇਟੀਆਂ ਨੂੰ ਇਸ ਤਰੀਕੇ ਨਾਲ ਹੀ ਬਿਲਡ ਕੀਤਾ ਜਾਂਦਾ ਕਿ ਉਹਨਾਂ ਦੇ ਵਿੱਚ ਤਰਸ ਦੇ ਜਿਹੜੇ ਬੀਜ ਹੈਗੇ ਆ ਸ਼ੁਰੂ ਤੋਂ ਪਾ ਦਿੱਤੇ ਜਾਂਦੇ ਆ। ਤਾਂ ਜਦੋਂ ਸਮਾਜ ਦੇ ਵਿੱਚ ਉਹ ਵਿਚਰਦੀਆਂ ਤਾਂ ਉਹਨਾਂ ਨੂੰ ਲੱਗਦਾ ਕਿ ਇਹ ਮਰਦ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਤੋਂ ਜ਼ਿਆਦਾ ਸਟਰੋਂਗ ਹੈਗਾ। ਤਾਂ ਇਹ ਜਿਹੜੀ ਭਾਵਨਾ ਹੈਗੀ ਉਹਨਾਂ ਨੂੰ, ਉਹਨਾਂ ਦੀ ਆਜ਼ਾਦੀ ਨੂੰ ਅਸੀਂ ਕਹੀਏ ਕਿ ਅੰਦਰੋਂ ਹੀ ਅੰਦਰ ਪਹਿਲਾਂ ਹੀ ਖਤਮ ਕਰ ਚੁੱਕੀ ਹੁੰਦੀ ਹੈ। ਬਿਲਕੁਲ ਮੈਂਟਲੀ ਤੌਰ ਤੇ ਉਹਨਾਂ ਨੂੰ ਦੱਸਿਆ ਜਾਂਦਾ ਕਿ
ਇੱਕ ਕਹਿਣ ਲਈ ਇੱਕ ਵਰਡ ਹੈ ਕਿ ਤੁਸੀਂ ਇੰਡੀਪੈਂਡੈਂਟ ਹੋ। ਇੰਡੀਪੈਂਡੈਂਟ ਔਮਨ ਬਹੁਤ ਜ਼ਿਆਦਾ ਆਪਾਂ ਸੁਣਨ ਨੂੰ ਮਿਲਦਾ ਹੈ ਕਿ ਤੁਸੀਂ ਕੰਮ ਕਰ ਸਕਦੇ ਹੋ, ਤੁਸੀਂ ਇੰਡੀਪੈਂਡੈਂਟ ਹੋ। ਪਰ ਤੁਸੀਂ ਇਹ ਦੇਖੋ ਕਿ ਕੰਮ ਕਿੱਦਾਂ ਕਰ ਸਕਦੇ ਹੋ। ਜਿਵੇਂ ਆਪਾਂ ਦੇਖੀਏ ਆਫਿਸਿਸ ਦੇ ਵਿੱਚ ਜ਼ਿਆਦਾਤਰ ਕੀ ਹੁੰਦਾ, ਜਿਹੜੇ ਬੌਸਸ ਨੇ, ਜਿਹੜੇ ਮਤਲਬ ਫੀਮੇਲਸ ਹੋਣਗੀਆਂ, ਉਹਨਾਂ ਨੂੰ ਈਜ਼ੀ ਕੰਮ ਦੇਣਗੇ, ਉਹਨਾਂ ਨੂੰ ਇੱਕ ਬਲੈਕਮੇਲਿੰਗ ਕੀਤੀ ਜਾਂਦੀ ਹੈ। ਬੇਸਿਕ ਹੈ, ਕਿਸੇ ਵੀ ਆਫਿਸ ਦੇ ਵਿੱਚ ਦੇਖ ਲਓ ਤੁਸੀਂ ਇੰਡੀਆ ਦੇ ਵਿੱਚ, ਕਿਸੇ ਵੀ ਆਫਿਸ, ਕਿਸੇ ਵੀ ਜੌਬ ਸੈਕਟਰ ਦੇ ਵਿੱਚ ਜਿੰਨੇ ਬੌਸਸ ਹੋਣਗੇ, ਮੈਜੋਰਿਟੀ ਦੀ ਗੱਲ ਕਰੀਏ ਜੇਕਰ, ਤਾਂ ਉਹ ਕਹਿਣਗੇ ਕਿ ਜੇ ਤੁਸੀਂ ਆ ਈਜ਼ੀ ਕੰਮ ਕਰਨਾ, ਜੇ ਤੁਸੀਂ ਪ੍ਰਮੋਸ਼ਨ ਲੈਣਾ ਹੈ, ਤਾਂ ਉਹਨਾਂ ਦਾ ਕਿਸੇ ਹਿਸਾਬ ਨਾਲ ਸ਼ੋਸ਼ਣ ਕਰਨਗੇ। ਉਹਨਾਂ ਤੇ ਕੋਈ ਨਾ ਕੋਈ ਤਸ਼ੱਦਦ, ਕੋਈ ਨਾ ਕੋਈ ਅਤਿਆਚਾਰ ਹੋਵੇਗਾ। ਪਰ ਫਿਰ ਉੱਥੇ ਔਮਨ ਦੀ ਵੀ ਥੋੜੀ ਜਿਹੀ ਰਿਸਪੌਂਸਿਬਿਲਿਟੀ ਬਣਦੀ ਹੈ। ਥੋੜਾ ਜਿਹਾ ਉਹ ਕਹਿ ਲਓ ਪ੍ਰਮੋਸ਼ਨ ਦੇ ਚਾਂਸ ਦੇ ਵਿੱਚ, ਪ੍ਰਮੋਸ਼ਨ ਦੇ ਲਾਲਚ ਵਿੱਚ ਆ ਕੇ ਇਦਾਂ ਦਾ ਸ਼ੋਸ਼ਣ ਹੈ ਜਿਹੜੇ ਉਸਦੇ ਖਿਲਾਫ ਆਵਾਜ਼ ਨਹੀਂ ਚੱਕਦੀਆਂ, ਐਕਸੈਪਟ ਐਜ਼ ਆਪਣੀ ਫੇਟ ਸਮਝ ਕੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੀ ਔਮਨ ਹੈ ਉਹਦੇ ਲਈ ਤਾਂ ਪਹਿਲੀ ਗੱਲ ਹੱਕ ਹੀ ਨਹੀਂ ਹੁੰਦਾ ਕਿ ਉਹ ਘਰ ਤੋਂ ਬਾਹਰ ਜਾ ਕੇ ਕੰਮ ਕਰੇ। ਉਹਨਾਂ ਨੂੰ ਇਹ ਲੱਗਦਾ ਕਿ ਜੇ ਸਾਨੂੰ ਘਰ ਤੋਂ ਬਾਹਰ ਜਾਣ ਦੀ ਅਨੁਮਤੀ ਮਿਲੀ ਹੈ, ਜੇਕਰ ਅਸੀਂ ਘਰੇ ਜਾ ਕੇ ਇਹ ਗੱਲ ਕੀਤੀ ਕਿ ਸਾਡੇ ਨਾਲ ਅੱਜ ਸ਼ੋਸ਼ਣ ਹੋਇਆ, ਤਾਂ ਇਹ ਵੀ ਨੈਕਸਟ ਡੇ ਵਰਕ ਤੇ ਨਹੀਂ ਜਾ ਸਕਦੇ, ਨੈਕਸਟ ਡੇ ਅਸੀਂ ਸਕੂਲ 'ਚ ਨਹੀਂ ਜਾ ਸਕਦੇ। ਇਹ ਬਹੁਤ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਮੁੱਦਾ ਕੀ ਹੈ, ਰੂਟ ਕਾਜ਼ ਕੀ ਹੈ, ਮੈਂਟੈਲਿਟੀ ਕੁੜੀਆਂ ਦੀ ਵੀ ਤੇ ਮੁੰਡਿਆਂ ਦੀ ਵੀ। ਜਦੋਂ ਆਪਾਂ ਸਮਾਜ ਦੀ ਸਿਰਜਣਾ ਕੀਤੀ, ਜਦੋਂ ਆਪਣੇ ਸਮਾਜ ਦਾ ਆਪਾਂ ਕਹਿੰਦੇ ਕਿ ਮੁੱਢਲੀ ਸਿਧਾਂਤ ਆਪਾਂ ਆਪਣੇ ਬੱਚਿਆਂ ਨੂੰ ਦੇ ਰਹੇ ਹਾਂ, ਉਸ ਦੇ ਵਿੱਚ ਆਪਾਂ ਇਹ ਸਮਝਾਉਂਦੇ ਹਾਂ ਕਿ ਇਹ ਕੁੜੀ ਹੈ, ਇਹ ਇਕੱਲੀ ਬਾਹਰ ਨਹੀਂ ਜਾਏਗੀ। ਆਪਾਂ ਘਰਾਂ ਵਿੱਚ ਅਕਸਰ ਹੀ ਦੇਖਦੇ ਹਾਂ ਕਿ ਮਾਵਾਂ ਆਪਣੇ ਬੇਟਿਆਂ ਨੂੰ ਕਹਿੰਦੀਆਂ ਨੇ ਕਿ ਬੇਟੀ ਜਾ ਰਹੀ ਹੈ, ਉਹਨੂੰ ਲੈ ਜਾ, ਉਹਨੂੰ ਛੱਡ ਜਾ, ਠੀਕ ਹੈ, ਟਿਊਸ਼ਨ ਤੇ ਜਾਣਾ ਹੈ, ਸਕੂਲ ਜਾਣਾ ਹੈ, ਕਾਲਜ ਜਾਣਾ ਹੈ, ਕਿਤੇ ਵੀ ਜਾਣਾ ਹੈ। ਇੰਡੀਪੈਂਡੈਂਸ ਕਿੱਥੇ ਹੈ? ਕਿ ਅੱਜ ਆਪਣੇ ਇੰਡੀਆ ਦੀ ਕੋਈ ਵੀ ਬੱਚੀ ਘਰੋਂ ਬਾਹਰ ਬਿਨਾਂ ਦੱਸੇ, ਬਿਨਾਂ ਪੁੱਛੇ, ਕਹਿ ਲੋ ਇਕੱਲੀ ਰਾਤ ਨੂੰ ਜਾ ਸਕਦੀ ਹੈ? ਨਹੀਂ ਜਾ ਸਕਦੀ। ਰਾਤ ਤਾਂ ਬਹੁਤ ਦੂਰ ਦੀ ਗੱਲ ਹੈ ਗੁਰਵਿੰਦਰ, ਦਿਨ ਦੇ ਸਮੇਂ ਹੀ ਸਾਡੀਆਂ ਬੱਚੀਆਂ ਇਕੱਲੀਆਂ ਕਿਤੇ ਵੀ ਨਹੀਂ ਜਾ ਸਕਦੀਆਂ। ਤੁਸੀਂ ਦੇਖੋ ਅਗਰ ਥੋੜਾ ਜਿਹਾ ਵੀ ਉਹਨਾਂ ਨੂੰ ਕਿਸੇ ਕੰਮ 'ਚ ਦੇਰੀ ਹੋ ਜਾਏ, ਸਕੂਲ ਗਈਆਂ, ਟਿਊਸ਼ਨ ਗਈਆਂ, ਤਾਂ ਮਾਂ-ਬਾਪ ਦੀ ਚਿੰਤਾ ਕਿੰਨੀ ਵੱਧ ਜਾਂਦੀ ਹੈ। ਨਾਲ ਦੀ ਨਾਲ ਉਹਨਾਂ ਨੇ ਫੋਨ ਕਰਨੇ ਸ਼ੁਰੂ ਕਰ ਦਿੰਦੇ, ਬੇਟੀ ਘਰ ਨਹੀਂ ਆਈ। ਈਵਨ ਦੈਨ ਕਿ ਅਗਰ ਕੋਈ ਬੱਚਿਆਂ ਦਾ ਕੋਈ ਜੈਨੂਅਨ, ਜਾਂ ਅਸੀਂ ਕਹੀਏ ਕਿ ਕਿਸੇ ਲੈਕਚਰ 'ਚ ਬੱਚੇ ਲੇਟ ਹੋ ਗਏ, ਘਰ ਆਉਣ ਤੇ ਉਹਨਾਂ ਨੂੰ ਇੰਨੇ ਤਰ੍ਹਾਂ ਦੇ ਸਵਾਲ ਕੀਤੇ ਜਾਂਦੇ ਆ। ਜਿਹੜੇ ਬੱਚੇ ਗਰੋਇੰਗ ਹੁੰਦੇ ਆ ਉਹਨਾਂ ਦੇ ਵਿੱਚ ਖਾਸ ਕਰਕੇ ਇਹ ਬਹੁਤ ਦੇਖਣ ਨੂੰ ਮਿਲਦਾ ਹੈ ਕਿ ਉਹ ਮੈਂਟਲੀ ਫੇਰ ਇਸ ਗੱਲ ਦਾ ਵਿਰੋਧ ਕਰਦੇ ਆ ਕਿ ਤੁਸੀਂ ਇਹਨਾਂ ਗੱਲਾਂ ਦੇ ਵਿੱਚ ਕਿਉਂ ਪੈਂਦੇ ਹੋ। ਇੱਕ ਪਾਸੇ ਤੁਸੀਂ ਕਹਿੰਦੇ ਹੋ ਸਾਨੂੰ ਪੜ੍ਹਾਉਂਦੇ ਹੋ ਕਿ ਸਭ ਕੁਝ ਠੀਕ ਹੈ, ਮਾਹੌਲ ਦੇ ਵਿੱਚ ਤੁਸੀਂ ਵਿਚਰਨਾ, ਅੱਗੇ ਵਧਣਾ, ਪਰ ਜਦੋਂ ਅਸੀਂ ਘਰੇ ਆਉਂਦੇ ਆ ਤਾਂ ਸਾਡੇ ਘਰ ਦੇ ਵਿੱਚ ਹੀ ਆ ਕੇ ਸਾਨੂੰ ਉਦੋਂ ਦੀ ਜਿਹੜੀ ਪਰਮਿਸ਼ਨ ਹੈ ਉਹ ਨਹੀਂ ਦਿੱਤੀ ਜਾਂਦੀ। ਤਾਂ ਬਹੁਤ ਜ਼ਰੂਰੀ ਹੈਗਾ ਇਸ ਮੈਂਟੈਲਿਟੀ ਨੂੰ ਬਦਲਣਾ। ਹੁਣ ਗੱਲ ਹੈਗੀ ਕਿ ਮੈਂਟੈਲਿਟੀ ਕਿੱਦਾਂ ਬਦਲੇਗੀ। ਫਿਰ ਗੱਲ ਉਹੀ ਹੈ ਕਿ ਬਚਪਨ ਤੋਂ ਲੈ ਕੇ ਅਸੀਂ ਜੇਕਰ ਕਿਸੇ ਚੀਜ਼ ਦੇ ਵਿੱਚ ਉਦਾਂ ਦੇ ਬੀਜ ਅਸੀਂ ਉਹਨਾਂ ਨੂੰ ਪਾ ਦਿੰਦੇ ਹੈਗੇ ਆ, ਤਾਂ ਉਹ ਬੂਟਾ ਉਵੇਂ ਹੀ ਗਰੋ ਕਰਦਾ ਹੈਗਾ, ਉਹ ਉਸੇ ਤਰ੍ਹਾਂ ਦਾ ਹੀ ਪੇੜ ਬਣਦਾ। ਤਾਂ ਜ਼ਰੂਰੀ ਹੈਗਾ ਕਿ ਅਸੀਂ ਆਪਣੇ ਕੁੜੀਆਂ ਤੇ ਮੁੰਡਿਆਂ ਦੋਨਾਂ ਦੀ ਜਿਹੜੀ ਗਰੋਇੰਗ ਹੈਗੀ ਹੈ, ਜਾਂ ਅਸੀਂ ਕਹੀਏ ਕਿ ਉਹਨਾਂ ਦੀ ਪਰਵਰਿਸ਼ ਹੀ ਇਸ ਤਰੀਕੇ ਦੇ ਨਾਲ ਕਰ ਦਈਏ ਕਿ ਉਹਨਾਂ ਦੇ ਵਿੱਚ ਇਹ ਜਿਹੜਾ ਡਿਫਰੈਂਸ ਹੈਗਾ ਉਹ ਖਤਮ ਹੋ ਜਾਵੇ। ਇਹ ਐਕਸਾਈਟਮੈਂਟ, ਇਹ ਉਤੇਜਨਾ ਜਿਹੜੀ ਅੱਗੇ ਜਾ ਕੇ ਇੱਕ ਬਹੁਤ ਹੀ ਭਿਆਨਕ ਰੂਪ ਸਮਾਜ ਦੇ ਵਿੱਚ ਲੈ ਲੈਂਦੀ ਹੈ, ਇਹ ਖਤਮ ਹੋ ਸਕੇ। ਬਿਲਕੁਲ ਮਨਦੀਪ, ਜਿਵੇਂ ਆਪਾਂ ਗੱਲ ਕਰੀਏ ਕਿ ਆਪਣੇ ਸੁਸਾਇਟੀ ਤੋਂ ਜਦੋਂ ਸਟਾਰਟ ਹੁੰਦਾ, ਜਦੋਂ ਬੱਚੇ ਦਾ ਜਨਮ ਹੁੰਦਾ, ਜੇ ਜਨਮ ਤੋਂ ਲੈ ਕੇ ਹੀ ਆਪਾਂ ਮੁੰਡਾ ਕੁੜੀ ਦੇ ਵਿੱਚ ਕੋਈ ਫਰਕ ਨਾ ਰੱਖਾਂਗੇ, ਜੇ ਆਪਾਂ ਘਰ ਵਿੱਚ ਭੈਣ ਭਰਾ ਦੇ ਵਿੱਚ ਕੋਈ ਫਰਕ ਨਾ ਰੱਖਾਂਗੇ, ਠੀਕ ਹੈ, ਹਰ ਗੱਲ ਉਹਨਾਂ ਨੂੰ ਸਮਝਾਵਾਂਗੇ, ਇੱਕੋ ਲੈਵਲ ਤੇ ਟਰੀਟ ਕਰਾਂਗੇ। ਅਕਸਰ ਤੁਸੀਂ ਦੇਖਿਆ ਹੋਵੇਗਾ ਆਪਣੇ ਆਮ ਘਰਾਂ ਵਿੱਚ ਹੁੰਦਾ ਕਿ ਟੇਬਲ ਤੇ ਬਹਿ ਕੇ ਜਿਹੜੇ ਪਹਿਲਾਂ ਮਰਦ ਖਾਣਾ ਖਾਂਦੇ ਨੇ, ਫਿਰ ਔਰਤਾਂ ਖਾਣਾ ਖਾਂਦੀਆਂ, ਚਾਹੇ ਉਹ ਸਿਸਟਰ ਮਦਰ ਹੋਣ, ਚਾਹੇ ਕੁਝ ਵੀ ਰਿਲੇਸ਼ਨ ਹੋਵੇ, ਪਹਿਲਾਂ ਹਸਬੈਂਡ ਖਾਏਗਾ ਜਾਂ ਪਹਿਲਾਂ ਬ੍ਰਦਰ ਖਾਏਗਾ ਜਾਂ ਪਹਿਲਾਂ ਫਾਦਰ ਖਾਏਗਾ। ਇਹ ਗੱਲ ਹੈਗੀ ਗੁਰਵਿੰਦਰ, ਹੁਣ ਤਾਂ ਵੈਸੇ ਇਸ 'ਚ ਬਹੁਤ ਜ਼ਿਆਦਾ ਬਦਲਾਵ ਹੈਗਾ, ਜੇ ਬਦਲਾਵ ਆ ਰਿਹਾ ਹੈਗਾ, ਪਰ ਇਹ ਫਿਰ ਵੀ ਅਸੀਂ ਕਹੇ ਵੀ ਜਿਹੜੀਆਂ ਅਨਐਜੂਕੇਟਡ, ਉਹੀ ਗੱਲ ਹੈ, ਪਹਿਲਾਂ ਅਗਿਆਨਤਾ ਦੀ ਗੱਲ ਕੀਤੀ ਹੈ ਹਾਂਜੀ, ਅਗਿਆਨਤਾ ਜਿੰਨਾ ਚਿਕਰ ਅਗਿਆਨਤਾ ਚੱਲ ਰਹੀ ਹੈ, ਜਿੰਨਾ ਚਿਕਰ ਐਜੂਕੇਸ਼ਨ ਜਿਹੜੀ ਆ ਕੱਲੇ ਘਰ ਵਿੱਚ ਨਹੀਂ ਪਹੁੰਚ ਰਹੀ। ਹੁਣ ਇੱਥੇ ਕੀ ਹੋਏਗਾ, ਜਦੋਂ ਉਹ ਬੱਚਾ ਪੜ੍ਹ ਵੀ ਰਿਹਾ, ਚਾਹੇ ਮੰਨ ਲਓ ਕਿ ਦੋਨੇ ਪੜ੍ਹ ਰਹੇ ਨੇ, ਪਰ ਜਦੋਂ ਉਸ ਘਰੇ ਐਟਮੋਸਫੇਅਰ ਇਦਾਂ ਦਾ ਕਿ ਜਿਹੜੀ ਲੜਕੀ ਹੈ ਜਾਂ ਜਿਹੜੀ ਫੀਮੇਲ ਹੈ ਉਹਨੇ ਬਾਅਦ ਚੋਂ ਖਾਣਾ ਖਾਣਾ ਹੈ, ਪਹਿਲਾਂ ਮੇਲੇ ਖਾਣਾ ਹੈ, ਉਹ ਐਜੂਕੇਸ਼ਨ ਦਾ ਵੀ ਕੋਈ ਬੈਨੀਫਿਟ ਨਹੀਂ ਹੋ ਰਿਹਾ, ਕਿਉਂਕਿ ਉਹ ਐਜੂਕੇਸ਼ਨ ਕਹਿ ਲਓ ਕਿ ਢੱਠੇ ਖੂਹ 'ਚ ਜਾ ਰਹੀ ਹੈ, ਕਿਉਂਕਿ ਕੋਈ ਫਾਇਦਾ ਨਹੀਂ ਹੋ ਰਿਹਾ। ਕਿਉਂਕਿ ਜਿਹੜਾ ਆਪਾਂ ਪ੍ਰੈਕਟੀਕਲੀ ਆਪਾਂ ਦੇਖ ਰਹੇ ਹਾਂ ਆਪਣੇ ਸਮਾਜ 'ਚ ਕੀ ਹੋ ਰਿਹਾ। ਹੁਣ ਕਈ ਮੰਦਿਰਾਂ ਦੇ ਵਿੱਚ ਨਹੀਂ ਔਰਤਾਂ ਨੂੰ ਜਾਣ ਦਿੱਤਾ ਜਾਂਦਾ, ਕਈ ਜਦੋਂ ਦੇਖੀਏ ਆਪਾਂ ਕਿ ਵੈਸੇ ਤਾਂ ਆਪਾਂ ਮੰਦਿਰਾਂ ਦੀ ਗੱਲ ਕੀਤੀ ਹੈ, ਜਿੰਨੇ ਵੀ ਰਿਲੀਜੀਅਸ ਪਲੇਸਿਸ ਨੇ ਅੱਜ ਕੱਲ੍ਹ ਲਗਾਤਾਰ ਉੱਥੋਂ ਹੀ ਇਦਾਂ ਦੀਆਂ ਘਟਨਾਵਾਂ ਸੁਣਨ ਨੂੰ ਮਿਲ ਰਹੀਆਂ। ਹੁਣ ਜਦੋਂ ਕਿਤੇ ਸੇਫ ਹੀ ਨਹੀਂ, ਵੂਮਨ ਸੇਫ ਨਹੀਂ, ਆਪਾਂ ਇਹ ਗੱਲ ਲਗਾਤਾਰ ਕਰ ਰਹੇ ਹਾਂ ਕਿ ਵੂਮਨ ਸੇਫ ਨਹੀਂ, ਕੋਈ ਲਾਅ ਲੈ ਕੇ ਆਵੇ। ਪਿੱਛੇ ਯੂਪੀ ਦੇ ਚੀਫ ਮਿਨਿਸਟਰ ਨੇ ਆਦਿੱਤਿਆਨਾਥ ਯੋਗੀ, ਉਹਨਾਂ ਨੇ ਵੀ ਕਿਹਾ ਕਿ ਜਿਹੜੇ ਕਿ ਇਦਾਂ ਦੇ ਕਲਪ੍ਰਿਟਸ ਹੋਣਗੇ ਉਹਨਾਂ ਦੀਆਂ ਫੋਟੋਜ਼ ਲਗਾਈਆਂ ਜਾਣੀਆਂ ਚੌਂਕਾਂ ਵਿੱਚ, ਉਹਨਾਂ ਨੂੰ ਸਜ਼ਾ ਦਿੱਤੀ ਜਾਏਗੀ। ਠੀਕ ਹੈ, ਇਦਾਂ ਦੇ ਸਟੈਪ ਨਾਲ ਹੋ ਸਕਦਾ ਅੱਗੇ ਤੋਂ ਨਾ ਕਰਨ, ਪਰ ਤੁਸੀਂ ਜਿਹੜੀ ਰੂਟ ਕਾਜ਼ ਹੈ, ਜਿਹੜੀ ਐਜੂਕੇਸ਼ਨ ਹੈ, ਜਿਹੜਾ ਉਹਨਾਂ ਦਾ ਮੈਂਟੈਲਿਟੀ ਹੈ, ਉਹ ਚੇਂਜ ਕਰੋ। ਜੋ ਤੁਸੀਂ ਰੈਜ਼ਰਵੇਸ਼ਨ ਕਰਦੇ ਹੋ, ਜਦੋਂ ਤੁਸੀਂ ਵੂਮਨ ਲਈ ਸ਼ਟਲ ਸਰਵਿਸਿਜ਼ ਚਲਾਉਂਦੇ ਹੋ ਰਾਤ ਨੂੰ, ਉਹ ਇੱਕ ਸਪੈਸ਼ਲ ਪ੍ਰੋਵੀਜ਼ਨ ਪ੍ਰਦਾਨ ਕਰਦਾ ਇਦਾਂ ਦੀਆਂ ਔਰਤਾਂ ਨੂੰ ਕਿ ਹਾਂ ਤੁਹਾਡੇ ਲਈ ਸਪੈਸ਼ਲ ਹੈ, ਜ਼ਰੂਰੀ ਹੋ ਜਾਂਦਾ ਕਿ ਸਾਡੇ ਬੇਟਿਆਂ ਨੂੰ ਵੀ
ਉਸੇ ਮਾਹੌਲ ਦੇ ਵਿੱਚ ਉਸੇ ਤਰੀਕੇ ਨਾਲ ਸਿਰਜਿਆ ਜਾਵੇ। ਸਿਰਜਿਆ ਜਾਵੇ। ਗਵਰਨਮੈਂਟ ਜਿਹੜੀ ਹੈਗੀ ਹੈ ਬੇਟੀਆਂ ਲਈ ਕੁਝ ਸਕੀਮਾਂ ਜਦੋਂ ਲੈ ਕੇ ਆਉਂਦੀ ਹੈ, ਦੇਖੋ ਜੇਕਰ ਕਿਸੇ ਦੇ ਪੇਰੈਂਟਸ ਕਿਸੇ ਚੀਜ਼ ਨੂੰ ਅਫੋਰਡ ਨਹੀਂ ਕਰ ਸਕਦੇ, ਚਾਹੇ ਉਹ ਬੇਟੀ ਹੈ ਚਾਹੇ ਬੇਟਾ, ਹਾਂਜੀ। ਦੋਨਾਂ ਲਈ ਨਹੀਂ ਅਫੋਰਡ ਕਰ ਸਕਦੇ, ਇਟ ਮੀਨਸ ਬਿਲਕੁਲ। ਕਿ ਤਾਂ ਫਿਰ ਕੁੜੀਆਂ ਨੂੰ ਹੀ ਕਿਉਂ, ਮੁੰਡਿਆਂ ਨੂੰ ਕਿਉਂ ਨਹੀਂ, ਕਿ ਮੁੰਡੇ ਦੀ ਐਜੂਕੇਸ਼ਨ ਵਾਸਤੇ ਪਿਤਾ ਅਲੱਗ ਤੋਂ ਕਮਾ ਕੇ ਲਿਆਏਗਾ, ਇਹ ਕਿੱਥੋਂ ਦਾ ਹੋ ਸਕਦਾ ਹੈ? ਜੇਕਰ ਇੱਕ ਬਾਪ ਦੀ ਕਮਾਈ ਇੰਨੀ ਹੈਗੀ ਹੈ, ਫਿਰ ਉਹ ਆਪਣੇ ਦੋਨੇ ਬੱਚੇ ਚਾਹੇ ਬੇਟੀ ਹੈ ਚਾਹੇ ਬੇਟਾ, ਦੋਨਾਂ ਨੂੰ ਹੀ ਕਮਾਈ ਕਰਕੇ ਪੜ੍ਹਾ ਸਕਦਾ ਹੈ। ਗੱਲ ਹੈਗੀ ਹੈ ਉਸ ਪਿਤਾ ਦੀ ਸੋਚ ਦੀ। ਹਾਂਜੀ, ਸਾਰੀ ਗੱਲ ਹੀ ਮਨਦੀਪ, ਸਾਰੀ ਗੱਲ ਹੀ ਸੋਚ ਦੀ ਆ ਜਾਂਦੀ ਹੈ। ਜੇ ਸ਼ੁਰੂ ਤੋਂ ਹੀ ਆਪਾਂ ਬੱਚਿਆਂ ਨੂੰ ਮੁੰਡੇ ਕੁੜੀਆਂ ਨੂੰ ਇਕੱਠੇ ਖੇਡਣ ਦਿੱਤਾ ਜਾਵੇ, ਸਕੂਲ ਦੇ ਵਿੱਚ ਹੈ ਨਾ ਓਪਨਲੀ ਪੜਾਇਆ ਜਾਵੇ, ਜਿਹੜੀ ਆਪਾਂ ਗੱਲ ਕਰ ਦੇਂਗੇ ਇੱਕ ਅਡਲਟ ਐਜੂਕੇਸ਼ਨ ਹੈ ਉਹ ਥੋੜੀ ਬਹੁਤ ਦਿੱਤੀ ਜਾਵੇ, ਕਿਵੇਂ ਇੱਕ ਦੂਜੇ ਦੀ ਰਿਸਪੈਕਟ ਕਰਨੀ ਹੈ, ਕਿਵੇਂ ਸੋਸਾਇਟੀ ਦੇ ਵਿੱਚ ਟਰੀਟ ਕਿਵੇਂ ਕਰਨਾ ਵੂਮਨ ਨੂੰ। ਜੇ ਆਪਾਂ ਮਤਲਬ ਵੀ ਜਿਵੇਂ ਹੁਣ ਆਪਾਂ ਕਹੀਏ ਦੋ ਮੁੰਡੇ ਰਾਤ ਨੂੰ ਘਰੋਂ ਬਾਹਰ ਜਾ ਰਹੇ ਆ, ਕੋਈ ਕੁਝ ਨਹੀਂ ਕਹਿੰਦਾ, ਜਦੋਂ ਪਰ ਇੱਕ ਮੁੰਡਾ ਤੇ ਕੁੜੀ ਘਰੋਂ ਜਾ ਰਹੇ ਆ ਜਾਂ ਦੋ ਕੁੜੀਆਂ ਜਾ ਰਹੀਆਂ ਤਾਂ ਸਾਰਿਆਂ ਦੇ ਮਨਾਂ 'ਚ ਇਹ ਆ ਜਾਂਦਾ ਕਿ ਕੀ ਇਹ ਸੇਫ ਹੈ। ਕੋਈ ਜੌਬ ਕਰਦੇ ਆ, ਓਵਰਨਾਈਟ ਜੌਬ ਹੈ ਤਾਂ ਉਹ ਵੂਮਨ ਨੂੰ ਕਹਿ ਦਿੰਦੇ ਆ ਕਿ ਨਹੀਂ ਇਹ ਸੇਫ ਨਹੀਂ ਹੈਗਾ, ਤੁਹਾਡੇ ਲਈ ਬਹੁਤ ਖਤਰੇ ਭਰਿਆ ਹੈਗਾ। ਉਹ ਸੋਚ ਬਦਲਣੀ ਪਏਗੀ। ਮੋਸਟ ਆਫ ਦਾ ਟਾਈਮ ਤੱਕ ਗੁਰਵਿੰਦਰ ਅਸੀਂ ਦੇਖਦੇ ਹਾਂ ਕਿ ਇੱਕ ਕੁੜੀ ਜਾਂ ਮੁੰਡਾ ਕਿਸੇ ਵੀ ਰਿਲੇਸ਼ਨ ਦੇ ਵਿੱਚ ਹੈ, ਦੇਖੋ ਫੈਮਿਲੀ ਦਾ ਵੀ ਕੋਈ ਰਿਲੇਸ਼ਨ ਹੋ ਸਕਦਾ ਹੈ, ਤਾਂ ਹਰ ਟਾਈਮ ਦੇ ਉੱਪਰ ਸਮਾਜ ਦੀ ਇੱਕੋ ਹੀ ਨਜ਼ਰ ਹੁੰਦੀ ਹੈ ਕਿ ਇਹ ਕੁੜੀ ਤੇ ਮੁੰਡੇ ਦੇ ਵਿੱਚ ਜੀ ਸਿਰਫ ਇੱਕੋ ਹੀ ਰਿਲੇਸ਼ਨ ਗਿਣਿਆ ਜਾਂਦਾ ਹੈ। ਉਹ ਸਾਰੇ ਰਿਲੇਸ਼ਨ ਭੁੱਲ ਜਾਂਦੇ ਆ ਕਿ ਉਹ ਰਿਲੇਸ਼ਨ ਜਿਹੜਾ ਹੈਗਾ ਭੈਣ ਭਰਾਵਾਂ ਦਾ ਵੀ ਹੋ ਸਕਦਾ ਹੈ, ਕਿ ਕੁੜੀਆਂ ਦੀ ਤੇ ਮੁੰਡਿਆਂ ਦੀ ਆਪਸ ਵਿੱਚ ਕਿਸੇ ਗੱਲ ਤੇ ਅਸੀਂ ਕਹੀਏ ਕਿ ਫਰੈਂਡਸ਼ਿਪ ਨਹੀਂ ਹੋ ਸਕਦੀ। ਬਹੁਤ ਅੱਛੀਆਂ ਐਗਜ਼ਾਮਪਲ ਜਿਹੜੀਆਂ ਅਸੀਂ ਕਹੀਏ ਕਿ ਦੋਸਤੀ ਦੀਆਂ ਵੀ ਨਿਕਲ ਕੇ ਆਉਂਦੀਆਂ ਹੈਗੀਆਂ। ਜ਼ਰੂਰੀ ਨਹੀਂ ਹੁੰਦਾ ਕਿ ਇੱਕ ਪਿਆਰ, ਇੱਕ ਮੁਹੱਬਤ ਦਾ ਸਿਲਸਿਲਾ ਹੀ ਇੱਕ ਮੁੰਡੇ ਤੇ ਕੁੜੀ ਦੇ ਵਿੱਚ ਹਮੇਸ਼ਾ ਹੀ ਬਣਿਆ ਰਹਿੰਦਾ ਹੈਗਾ। ਤਾਂ ਜ਼ਰੂਰਤ ਹੈ ਕਿ ਸਾਡੀਆਂ ਸਰਕਾਰਾਂ ਨੂੰ, ਜਿਹੜੀ ਅਸੀਂ ਬਾਰ-ਬਾਰ ਗੱਲ ਕਰ ਰਹੇ ਹਾਂ, ਕਿ ਉਹਨਾਂ ਦੀ ਪਰਵਰਿਸ਼ ਹੀ ਇਸ ਤਰੀਕੇ ਦੇ ਨਾਲ ਕੀਤੀ ਜਾਵੇ, ਜਾਂ ਸਾਡੇ ਬੇਟਿਆਂ ਨੂੰ ਵੀ ਉਹੀ ਸਕੀਮਾਂ ਬਰਾਬਰ ਦਿੱਤੀਆਂ ਜਾਣ ਕਿ ਉਹਨਾਂ ਦੇ ਮਨ ਦੇ ਵਿੱਚ ਇਹ ਚੀਜ਼ ਰਵੇ ਕਿ ਇਹਨਾਂ ਦੋਨਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਕਿਉਂਕਿ ਸ਼ੁਰੂ ਤੋਂ ਹੀ ਜੇਕਰ ਅਸੀਂ ਉਹਨਾਂ ਨੂੰ ਦੱਸ ਦਿੱਤਾ ਵੀ ਹਾਂ ਠੀਕ ਹੈ ਬੇਟੇ ਤੁਸੀਂ ਤਾਂ ਆਪਣਾ ਆਪ ਹੀ ਕਰ ਲੈਣਾ ਹੈਗਾ, ਬਟ ਬੇਟੀ ਨਹੀਂ ਕਰ ਸਕਦੀ ਹੈਗੀ, ਤਾਂ ਇਹ ਚੀਜ਼ ਜ਼ਰੂਰੀ ਹੈ ਕਿ ਉਹਨਾਂ ਮੁੰਡਿਆਂ ਦੇ ਦਿਮਾਗ ਦੇ ਵਿੱਚ ਵੀ ਇਹ ਚੀਜ਼ ਸਾਨੂੰ ਪਾਣੀ ਹੀ ਪਏਗੀ। ਹੁਣ ਗੱਲ ਕਰੀਏ ਜੇਕਰ ਗੁਰਵਿੰਦਰ ਅਸੀਂ ਬਲਾਤਕਾਰ ਦੀ, ਬਹੁਤ ਸਾਰੀਆਂ ਘਟਨਾਵਾਂ ਅਸੀਂ ਕਹੀਏ ਕਿ ਬਹੁਤ ਸਾਰੇ ਸਮੇਂ ਤੋਂ ਹੋ ਰਹੀ ਹੈ, ਇੰਨੇ ਲੰਮੇ ਕੇਸ ਵੀ ਚੱਲਦੇ ਆ, ਇਨਸਾਫ ਕਿਤੇ ਨਹੀਂ ਹੁੰਦਾ। ਠੀਕ ਹੈ, ਇਨਸਾਫ ਕਿਸੇ ਪੁਆਇੰਟ ਦੇ ਉੱਪਰ ਆ ਕੇ ਮਿਲ ਵੀ ਜਾਂਦਾ ਹੈਗਾ। ਤਾਂ ਜਿਹੜੀਆਂ ਰੋਜ਼ਮर्रा ਦੀਆਂ ਘਟਨਾ, ਪਿੱਛੇ ਜੇ ਆਪਾਂ ਘਟਨਾ ਦੇਖੀ ਹਾਥਰਸ ਦੀ ਘਟਨਾ ਹੋਈ, ਉਸ ਤੋਂ ਪਹਿਲਾਂ ਵੀ ਬਹੁਤ ਸਾਰੇ ਗੈਂਗ ਰੇਪ ਅਸੀਂ ਕਹੀਏ ਕਿ ਅਕਸਰ ਹੀ ਸੁਣਨ ਚ ਮਿਲਦੇ ਹੈਗੇ। ਤੇ ਕੱਲ ਅਸੀਂ ਕਿਸੇ ਬੱਚੀ ਦੀ ਗੱਲ ਸੁਣੀ ਕਿ ਹਾਂ ਇੱਕੋ 5 ਸਾਲ ਦੀ ਛੋਟੀ ਬੱਚੀ ਦੇ ਨਾਲ ਹੋਇਆ, ਹਨਾ। ਤਾਂ ਇਹਦੇ ਵਿੱਚ ਵੀ ਇੱਕ ਫੇਰ ਉਹੀ ਮਰਦ ਪ੍ਰਧਾਨ ਸਮਾਜ ਕਿਸ ਚੀਜ਼ ਨੂੰ ਅਖੀਰ ਤੇ ਆ ਕੇ ਦੋਸ਼ੀ ਮੰਨਦਾ? ਔਰਤ ਨੂੰ। ਜੀ ਬਲਾਤਕਾਰ ਦੀ ਦੋਸ਼ੀ ਵੀ ਉਹ ਔਰਤ ਸੀ, ਉਹ ਲੜਕੀ ਸੀ, ਕਿਉਂਕਿ ਜੀ ਉਹਨੇ ਕੱਪੜੇ ਇਹੋ ਜਿਹੇ ਪਾਏ ਸੀ। ਹੁਣ ਕੀ ਗੱਲ ਹੈ? ਇਹੀ ਤਾਂ ਗੱਲ, ਫਿਰ ਉਹੀ ਗੱਲ ਸਾਰੀ ਘੁੰਮ ਫਿਰ ਕੇ ਐਜੂਕੇਸ਼ਨ ਤੇ ਸੋਚਦੇ ਆ ਜਾਂਦੀ। 5 ਸਾਲ ਦੀ ਬੱਚੀ ਨੇ ਤਾਂ ਕੱਪੜਿਆਂ ਦਾ ਕੋਈ ਮਤਲਬ ਨਹੀਂ ਸੀ, ਹੁਣ ਉਹ ਬੱਚੀ ਨੂੰ ਕੀ ਪਤਾ ਵੀ ਕਿਹੋ ਜਿਹੇ ਕੱਪੜੇ ਪਾਣੇ ਸੀ, ਹਨਾ। ਤਾਂ ਇਹ ਚੀਜ਼ ਕਿੱਥੇ ਸਾਡੇ ਸਮਾਜ ਦੇ ਵਿੱਚ ਆ ਕੇ, ਹੁਣ ਉਹ ਜਿਹੜੇ ਬਾਰ-ਬਾਰ ਇਹ ਕਹਿੰਦੇ ਜੀ ਕੱਪੜਿਆਂ ਦਾ ਦੋਸ਼ ਸੀਗਾ, ਹੁਣ ਕਿੱਥੇ ਅਸੀਂ ਕੱਪੜਿਆਂ ਦੇ ਦੋਸ਼ ਨੂੰ ਲੈ ਕੇ ਆਵਾਂਗੇ? ਦੱਸੋ। ਉਹੀ ਤਾਂ ਗੱਲ ਹੈ ਨਾ ਮਨਦੀਪ, ਕਿ ਆਪਣੇ ਸਮਾਜ ਦੀ ਜਿਹੜੀ ਸੋਚ ਹੈ, ਜਿਹੜਾ ਮਰਦ ਪ੍ਰਧਾਨ ਸੋਚ ਹੈ, ਉਹ ਕਹਿ ਹੀ ਇਹ ਰਹੀ ਹੈ ਕਿ ਜੋ ਵੀ ਗਲਤੀ ਹੈ, ਜੋ ਵੀ ਕੁਝ ਗਲਤ ਹੋ ਰਿਹਾ ਉਹ ਔਰਤ ਦੇ ਨਾਮ ਲਾ ਦੋ। ਇੱਕ ਪਾਸੇ ਤਾਂ ਹੁਣ ਨਰਾਤੇ ਚੱਲ ਰਹੇ, ਆਪਾਂ ਨੂੰ ਪਤਾ ਹੈ ਕਿ ਸਾਰਿਆਂ ਨੇ ਵਰਤ ਰੱਖੇ ਹੋਏ ਨੇ, ਔਰਤਾਂ ਦੀ ਪੂਜਾ ਲਗਾਤਾਰ ਕੀਤੀ ਜਾ ਰਹੀ ਹੈ, ਤੇ ਦੂਜੇ ਪਾਸੇ ਰੋਜ਼ ਹੀ ਆਪਣੀ ਸੁਸਾਇਟੀ ਵਿੱਚ ਆਪਾਂ ਨੂੰ ਇਦਾਂ ਦੀਆਂ ਖਬਰਾਂ ਦੇਖਣ ਨੂੰ ਮਿਲ ਰਹੀਆਂ ਨੇ, ਇਦਾਂ ਦੇ ਕਹਿ ਲਓ ਕਿ ਹਾਦਸੇ ਹੋ ਰਹੇ ਨੇ। ਬਹੁਤ ਹੀ ਮਤਲਬ ਮਨ ਦੁਖੀ ਹੋ ਜਾਂਦਾ ਇਦਾਂ ਦੀਆਂ ਖਬਰਾਂ ਪੜ੍ਹ ਕੇ, ਨਿਊਜ਼ ਪੜ੍ਹ ਕੇ, ਕਿ ਯਾਰ ਹੋ ਕੀ ਰਿਹਾ ਆਪਣੀ ਸੁਸਾਇਟੀ 'ਚ। ਤੇ ਫਿਰ ਜਦੋਂ ਹੁਣ ਇਦਾਂ ਦੇ ਇਲਜ਼ਾਮ ਲੱਗਦੇ ਨੇ ਕਿ ਕੱਪੜੇ ਗਲਤ ਪਾਏ ਹੋਏ ਸੀ, ਬਹੁਤ ਤੁਸੀਂ ਦੇਖਿਆ ਹੋਵੇਗਾ ਕਿ 90% ਕੇਸਿਸ ਦੇ ਵਿੱਚ ਜਦੋਂ ਕੇਸ, ਪਹਿਲੀ ਗੱਲ ਤਾਂ ਕੀ ਹੁੰਦਾ ਹੈ, ਕੇਸ ਉਹੀ ਰਿਪੋਰਟ ਹੁੰਦਾ ਜਿੱਥੇ ਐਜੂਕੇਟਡ ਵੂਮਨ ਨਾਲ ਇਹ ਕੁਝ ਹੋਇਆ ਹੋਵੇ। ਕਿੰਨੇ ਮੈਨੂੰ ਲੱਗਦਾ 50% ਦੀ ਆਪਾਂ ਗੱਲ ਕਰੀਏ, ਬਹੁਤ ਜ਼ਿਆਦਾ ਹੋਣਗੇ ਜਿਹੜੇ ਸਾਹਮਣੇ ਨਹੀਂ ਆਉਂਦੇ। ਮੈਜੋਰਿਟੀ ਕੇਸਿਸ ਨੇ ਜਿਹੜੇ ਰਿਪੋਰਟ ਹੀ ਨਹੀਂ ਹੁੰਦੇ, ਜਾਂ ਜਿਹੜੇ ਰਿਪੋਰਟ ਹੁੰਦੇ ਨੇ ਉਸ ਦੇ ਵਿੱਚ ਵੀ ਮੈਜੋਰਿਟੀ ਇਦਾਂ ਦੇ ਨੇ ਜਿਨ੍ਹਾਂ ਨੂੰ ਜਸਟਿਸ ਨਹੀਂ ਮਿਲਦਾ। ਉਹਨਾਂ ਕੀ ਕਹਿੰਦੇ ਨੇ, ਕੁੜੀ ਦੀ ਗਲਤੀ ਸੀ ਜੀ, ਕੁੜੀ ਅੱਧੀ ਰਾਤ ਨੂੰ ਕਰ ਕੀ ਰਹੀ ਸੀ। ਥੋੜਾ ਜਿਹਾ ਯਾਦ ਹੋਏਗਾ 2012 ਦੇ ਵਿੱਚ ਇੱਕ ਨਿਰਭਇਆ ਕੇਸ ਹੋਇਆ ਸੀਗਾ ਦਿੱਲੀ ਦੇ ਵਿੱਚ ਜੀ। ਉਸ ਦੇ ਵਿੱਚ ਵੀ ਲਗਾਤਾਰ ਇਹੀ ਗੱਲ ਕਹੀ ਜਾ ਰਹੀ ਸੀ ਕਿ ਉਹ ਰਾਤ ਨੂੰ ਆਪਣੇ ਬॉयਫ੍ਰੈਂਡ ਦੇ ਨਾਲ ਮੂਵੀ ਦੇਖ ਕੇ ਆ ਰਹੀ ਸੀ, ਉਹ ਅੱਧੀ ਰਾਤ ਨੂੰ ਬੱਸ ਦੇ ਵਿੱਚ ਕੀ ਕਰ ਰਹੀ ਸੀ, ਕਿਉਂ ਸੀ। ਕਿਸੇ ਨੇ ਇਹ ਨਹੀਂ ਪੁੱਛਿਆ ਕਿ ਉਹ ਮੁੰਡੇ ਕੀ ਕਰ ਰਹੇ ਸੀ। ਜੇਕਰ ਬਰਾਬਰਤਾ ਦੀ ਗੱਲ ਕਰੀਏ, ਇਕੁਐਲਿਟੀ ਦੀ ਗੱਲ ਕਰੀਏ, ਜੇਕਰ ਵੂਮਨ ਨੂੰ ਇਕੁਅਲ ਮੰਨਦੇ ਆ ਆਪਾਂ, ਜੇ ਆਪਣਾ ਕਾਨੂੰਨ ਕਹਿੰਦਾ ਜੇ ਆਪਾਂ ਇਕੁਅਲ ਦਰਜਾ ਦਿੱਤਾ ਹੋਇਆ, ਤੇ ਫਿਰ ਤਾਂ ਇਹ ਗੱਲ ਸਾਫ਼ ਹੈ ਕਿ ਜੇ ਬੰਦਾ ਰਾਤ ਨੂੰ, ਜੇ ਮਰਦ ਰਾਤ ਨੂੰ 12 ਵਜੇ ਤੋਂ ਬਾਅਦ ਘੁੰਮ ਸਕਦਾ ਤਾਂ ਔਰਤ ਵੀ ਘੁੰਮ ਸਕਦੀ ਹੈ। ਜਦੋਂ ਕਾਨੂੰਨ ਦੀ ਗੱਲ ਕਰਦੇ ਹਾਂ, ਹੱਕ ਦੀ ਗੱਲ ਕਰਦੇ ਹਾਂ, ਤਾਂ ਫਿਰ ਜਦੋਂ ਜਿਹੜਾ ਜੱਜ ਹੈ ਉਹ 90% ਮੇਲ ਹੁੰਦੇ ਨੇ, ਸਿਰਫ 33% ਜਿਹੜੀ ਰਿਜ਼ਰਵੇਸ਼ਨ ਹੈ ਉਸ ਦੇ ਤਹਿਤ ਹੀ ਜੱਜ ਬਣਦੇ ਨੇ। ਮੈਂ ਆਪਦੀ ਲਾਈਫ 'ਚ ਤਾਂ ਨਹੀਂ ਦੇਖਿਆ ਕਿ ਬਿਨਾਂ ਰਿਜ਼ਰਵੇਸ਼ਨ ਤੋਂ ਵੂਮਨ ਨੇ
ਜਿਹੜਾ ਕਿ ਕੋਈ ਵੀ ਵੱਡੀ ਉਪਾਧੀ ਹੈ ਜਾਂ ਵੱਡਾ ਜਿਹੜਾ ਲੈਵਲ ਹੈ ਉਹ ਹਾਸਿਲ ਕੀਤਾ ਹੋਵੇ। ਬਹੁਤ ਘੱਟ ਅਸੀਂ ਕਹਿ ਸਕਦੇ, ਬਹੁਤ ਘੱਟ ਸਾਨੂੰ ਵੈਰੀ ਨਜ਼ਰ ਰੇਅਰ, ਆਉਂਦਾ। ਜਿਹਨੂੰ ਆਪਾਂ ਕਹਿੰਦੇ ਹਾਂ ਵੈਰੀ ਰੇਅਰ ਚਾਂਸਸ ਨੇ ਜਦੋਂ ਕੋਈ ਵੂਮਨ ਹੈ ਜਿਹੜੀ ਇੰਡੀਪੈਂਡੈਂਟਲੀ ਉੱਪਰ ਆਉਂਦੀ ਉਹੀ ਹੈ। ਗੱਲ ਆ ਗਈ ਨਾ, ਕਿਉਂਕਿ ਉਹਨਾਂ ਨੂੰ ਦੱਸ ਦਿੱਤਾ ਜਾਂਦਾ ਵੀ ਤੁਹਾਡੇ ਵਾਸਤੇ ਜਿਹੜੀ ਸੀਟ ਰਿਜ਼ਰਵ ਉਹਦਾ ਫਾਇਦਾ ਚੱਕੋ, ਫਾਇਦਾ ਚੱਕੋ, ਫਾਇਦਾ ਹਾਂਜੀ। ਚੱਕੋ। ਜੇ ਇਹੀ ਕਿਹਾ ਜਾਵੇ ਵੀ ਜੀ ਹਾਂਜੀ ਕੰਪੀਟੀਸ਼ਨ ਦੋਨਾਂ ਵਾਸਤੇ ਇਕੁਅਲ ਹੈਗਾ, ਤੁਹਾਡੀ ਆਪਣੀ ਕਾਬਲੀਅਤ ਹੈਗਾ, ਤੁਸੀਂ ਸਾਹਮਣੇ ਆਓ, ਕਿਉਂ ਉਹਨਾਂ ਨੂੰ ਦਿਮਾਗ ਦੇ ਵਿੱਚ ਇਹ ਬਿਠਾ ਦਿੱਤਾ ਜਾਂਦਾ ਵੀ ਉੱਚੀ ਪਦਵੀ ਤੇ ਜਾਣਾ ਜੀ ਤਾਂ ਰਿਜ਼ਰਵੇਸ਼ਨ ਦਾ ਸਹਾਰਾ ਲਓ। ਤੇ ਰਿਜ਼ਰਵੇਸ਼ਨ ਦਾ ਵੀ ਇੱਕ ਕੜਵਾ ਸੱਚ ਇਹ ਵੀ ਹੈਗਾ ਕਿ ਜਿਹੜੀ ਰਿਜ਼ਰਵੇਸ਼ਨ ਹੈ ਇਹ ਬੇਸਿਕ ਲੈਵਲ ਤੇ ਹੁੰਦੀ ਹੈ ਜੀ। ਇਹ ਜਦੋਂ ਆਪਾਂ ਐਂਟਰੀ ਲੈਵਲ ਦੀ ਗੱਲ ਕਰੀਏ ਨਾ, ਜੌਬਸ ਦੀ ਐਂਟਰੀ ਲੈਵਲ ਹੈ ਜਾਂ ਬੇਸਿਕ ਲੈਵਲ ਜੌਬਸ ਨੇ, ਉਹਨਾਂ ਦੇ ਵਿੱਚ ਰਿਜ਼ਰਵੇਸ਼ਨ ਹੁੰਦੀ ਹੈ। ਜਿਹੜਾ ਪ੍ਰਮੋਸ਼ਨਸ ਨੇ ਜਾਂ ਜਿਹੜਾ ਟੌਪ ਲੈਵਲ ਮੈਨੇਜਮੈਂਟ ਵਗੈਰਾ ਹੁੰਦੀ ਹੈ ਉਸ ਦੇ ਵਿੱਚ ਰਿਜ਼ਰਵੇਸ਼ਨ ਨਹੀਂ ਹੁੰਦੀ। ਉਸ ਦੇ ਵਿੱਚ ਕੀ ਹੁੰਦਾ ਹੈ, ਐਬਿਲਿਟੀਜ਼ ਦੇਖੀਆਂ ਜਾਂਦੀਆਂ। ਹੁਣ ਜਦੋਂ ਔਮਨ ਦੀ ਜਿਹੜੀ ਭਰਤੀ ਹੈ, ਜਿਹਨੂੰ ਆਪਾਂ ਕਹਿੰਦੇ ਹਾਇਰਿੰਗ ਹੈ, ਉਹ ਹੋਈ ਹੈ ਰਿਜ਼ਰਵੇਸ਼ਨ ਦੇ ਬੇਸ ਤੇ, ਉਹਦੇ ਮਨ 'ਚ ਸ਼ੁਰੂ ਤੋਂ ਪਹਿਲੇ ਫਸਟ ਡੇ ਆਫ ਦਾ ਜੌਬ ਤੋਂ ਇਹ ਗੱਲ ਦੱਸ ਦਿੱਤੀ ਜਾਂਦੀ ਹੈ ਕਿ ਤੂੰ ਰਿਜ਼ਰਵਡ ਕੈਟਾਗਰੀ 'ਚੋਂ ਆ ਰਹੀ ਹੈ, ਤੂੰ ਔਮਨ ਹੈ, ਤਾਂ ਕਰਕੇ ਤੈਨੂੰ ਇਹ ਜੌਬ ਮਿਲੀ ਹੈ, ਨਹੀਂ ਹੋ ਸਕਦਾ ਤੈਨੂੰ ਨਾ ਮਿਲਦੀ। ਉਸ ਤੋਂ ਬਾਅਦ ਉਹਦੇ ਮਨ 'ਚ ਆਉਂਦਾ ਹੀ ਨਹੀਂ ਕਿ ਮੈਂ ਉੱਪਰ ਜਾ ਸਕਦੀ ਹਾਂ। ਜਿਹੜਾ ਟੌਪ ਲੈਵਲ ਦਾ ਹੋਏਗਾ, ਮੈਨੇਜਮੈਂਟ ਹੋਏਗੀ ਜਾਂ ਟੌਪ ਲੈਵਲ ਦੇ ਆਫਿਸ ਦਾ ਜੌਬ ਹੋਏਗੀ ਜਾਂ ਬੌਸ ਹੋਣਗੇ, ਉਹ ਮਰਦ ਹੋਣਗੇ। ਫਿਰ ਉਹਨਾਂ ਨੂੰ ਫਿਰ ਇੱਕ ਮੌਕਾ ਮਿਲ ਜਾਂਦਾ ਹੈ। ਹੁਣ ਜਦੋਂ ਕੰਪਲੇਨ ਕਰਨੀ, ਮੰਨ ਲਓ ਇੱਕ ਆਫਿਸ ਦੇ ਵਿੱਚ ਕਿਸੇ ਔਰਤ ਨਾਲ ਬੇਸਿਕ ਲੈਵਲ ਤੇ ਸ਼ੋਸ਼ਣ ਹੋਇਆ, ਉਹ ਕਿਸ ਕੋਲ ਜਾਏਗੀ? ਆਪਣੇ ਐਚਆਰਡੀ ਕੋਲ ਜਾਏਗੀ, ਆਪਣੇ ਮੈਨੇਜਰ ਕੋਲ ਜਾਏਗੀ, ਆਪਣੇ ਹੈਡ ਕੋਲ ਜਾਏਗੀ। ਉਹ ਕੌਣ ਹੋਏਗਾ? ਮਰਦ ਹੋਏਗਾ। 90% ਮਰਦ ਜਿਹੜੇ ਨੇ ਉਹ ਇੱਕੋ ਹੀ ਸੋਚ ਲੈ ਕੇ ਚੱਲਦੇ ਨੇ ਕਿ ਔਰਤਾਂ ਨੂੰ ਦਬਾਉਣਾ ਹੀ ਬਹਾਦਰੀ ਦਾ ਕੰਮ ਹੈ, ਤੇ ਸਾਡੀ ਇਹੀ ਤਾਕਤ ਹੈ ਕਿ ਅਸੀਂ ਔਰਤਾਂ ਨੂੰ ਦਬਾ ਕੇ ਚੱਲੀਏ, ਔਰਤਾਂ ਨੂੰ ਪੈਰਾਂ ਦੀ ਜੁੱਤੀ ਮੰਨ ਕੇ ਚੱਲੀਏ। ਬੇਸ਼ੱਕ ਬਾਬੇ ਨਾਨਕ ਨੇ ਕਿਹਾ ਸੀ ਕਿ 100 ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ, ਪਰ ਫਿਰ ਵੀ ਅੱਜ ਵੀ 2020 ਦੀ ਗੱਲ ਕਰੀਏ ਤਾਂ ਅੱਜ ਵੀ ਸਮਾਜ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਹੀ ਸਮਝਦੇ ਨੇ। ਤੇ ਜਦੋਂ ਸਰਪੰਚਾਂ ਤੋਂ ਲੈ ਕੇ ਆਪਾਂ ਬੌਸਸ ਦੀ ਗੱਲ ਕਰੀਏ, ਐਮਐਲਏਸ ਦੀ ਗੱਲ ਕਰੀਏ, ਐਮਪੀਸ ਦੀ ਗੱਲ ਕਰੀਏ, ਉੱਥੇ ਕੋਈ ਰਿਜ਼ਰਵੇਸ਼ਨ ਨਹੀਂ ਹੈਗੀ। ਉੱਥੇ ਜਿਹੜੇ ਬੇਸਿਕ ਲੈਵਲ ਹੈ ਉੱਥੇ ਹੋਏਗੀ। ਤੇ ਜਦੋਂ ਰਿਜ਼ਰਵੇਸ਼ਨ ਹੈ ਤਾਂ ਫਿਰ ਉਹਨਾਂ ਨੇ ਹੱਕ ਹੈ ਜਿਹੜਾ ਉਹ ਦੇਣਾ ਹੀ ਨਹੀਂ। ਜਦੋਂ ਉਹ ਅਨਿਆਏ, ਜਿਹੜੀ ਆਪਾਂ ਗੱਲ ਕੀਤੀ ਕਿ ਅਨਿਆਏ ਹੁੰਦਾ, ਜਿਹੜਾ ਅਤਿਆਚਾਰ ਹੁੰਦਾ, ਉਹਦਾ ਕੋਈ ਜਸਟਿਸ ਨਹੀਂ ਮਿਲਦਾ। ਉਹ ਜਸਟਿਸ ਕਿਉਂ ਨਹੀਂ ਮਿਲਦਾ? ਕਿਉਂਕਿ ਜਿਹੜਾ ਜਸਟਿਸ ਦੇਣਾ ਹੈ, ਪ੍ਰਦਾਨ ਕਿਹਨੇ ਕਰਨਾ ਹੈ? ਉਹ ਮਰਦ ਹੈ। ਤੇ ਮਰਦ ਆਪਣੀ ਜਾਤ, ਆਪਣੀ ਕਮਿਊਨਿਟੀ ਕਹਿ ਲਓ, ਆਪਣੇ ਇੱਕ ਜਿਹੜਾ ਵਰਗ ਹੈ, ਮਰਦ ਵਰਗ ਹੈ, ਉਸ ਦੇ ਨਾਲ ਕਿਵੇਂ ਉਹ ਕਰੇਗਾ? ਉਸਨੇ ਤਾਂ ਉਸਦਾ ਸਟੈਂਡ ਲੈਣਾ ਨਾ। ਕੁਝ ਵੀ ਹੈ, ਜਿਵੇਂ ਆਪਾਂ ਹੁਣ ਗੱਲ ਕਰੀਏ ਆਪਣੇ ਪਿੰਡ ਵਿੱਚ, ਆਪਣੇ ਘਰ ਵਿੱਚ ਲੜਾਈ ਹੋ ਜੇ, ਜਿਹਦੇ ਨਾਲ ਆਪਣੀ ਜ਼ਿਆਦਾ ਬਣਦੀ ਹੁੰਦੀ ਹੈ, ਜਿਹਦੇ ਨਾਲ ਆਪਣੇ ਸੋਚ ਵਿਚਾਰ ਮਿਲਦੇ, ਆਪਾਂ ਉਸਦਾ ਹੀ ਸਾਥ ਦਿੰਦੇ ਹਾਂ। ਤੇ ਜਦੋਂ ਜੱਜ ਹੈ ਜਾਂ ਬੈਂਚ ਹੈ, ਜੋ ਵੀ ਹੈ, ਜੋ ਮੈਜੋਰਿਟੀ ਮੇਲਸ ਦੀ ਹੈ, ਤਾਂ ਫਿਰ ਉਹ ਮੇਲਸ ਦੇ ਹੱਕ ਦਾ ਫੈਸਲਾ ਕਰਨਗੇ। ਜਦੋਂ ਇੱਕ ਕੁੜੀ ਨਾਲ ਅਨਿਆਏ ਹੋ ਗਿਆ, ਹੁਣ ਨਿਰਭਇਆ ਦਾ ਕੇਸ ਚੱਲਿਆ, 5-6 ਸਾਲਾਂ ਬਾਅਦ ਉਹਨਾਂ ਨੂੰ ਸਜ਼ਾ ਹੋਈ। ਬਿਲਕੁਲ ਬਹੁਤ ਲੰਬਾ ਸਮਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਜਿਊਰੀ ਨੇ ਲਗਾਤਾ ਉਸ ਦੇ ਵਿੱਚ ਫੈਸਲਾ ਕਰਨ ਦੇ ਲਈ। ਜੇਕਰ ਦੇਖੋ ਅਸੀਂ ਕਹੀਏ ਕਿ ਇਲਜ਼ਾਮ ਸਾਬਤ ਹੀ ਹੋ ਗਏ, ਹਨਾ, ਤਾਂ ਜਦੋਂ ਇਲਜ਼ਾਮ ਹੀ ਸਾਬਤ ਹੋ ਗਏ ਤਾਂ ਫਿਰ ਉਹਦੇ ਵਿੱਚ ਇੰਨੀਆਂ ਲੰਮੀਆਂ ਤਰੀਕਾਂ ਕਿਉਂ ਪਾਈਆਂ ਜਾਂਦੀਆਂ ਹੈਗੀਆਂ? ਕਿਉਂ ਨਹੀਂ ਕਿ ਜਿਊਰੀ ਉਹਦੇ ਵਿੱਚ ਇਹ ਫੈਸਲਾ ਕਰਦੀ? ਦੇਖੋ 5-6 ਸਾਲ ਬਾਅਦ, ਕਈ ਵਾਰ ਤਾਂ ਕੁਝ ਐਦਾਂ ਦੇ ਕੇਸ ਵੀ ਗੁਰਵਿੰਦਰ ਸਾਹਮਣੇ ਆਉਂਦੇ ਆ ਵੀ ਜਦੋਂ ਤੱਕ ਉਸ ਦਾ ਫੈਸਲਾ ਹੁੰਦਾ ਤੇ ਉਹ ਲੋਕੀ ਭਾਰ ਉਤਾਰੇ ਹੋ ਜਾਂਦੇ ਆ। ਜਦੋਂ ਇਹ ਕੋਈ ਇਦਾਂ ਦਾ ਇਨਸੀਡੈਂਟ ਹੁੰਦਾ, ਜਿਹੜੀ ਕੁੜੀ ਹੈ, ਜਿਹੜੀ ਫੀਮੇਲ ਹੈ, ਜਿਹੜੀ ਔਰਤ ਹੈ, ਉਹਦੀ ਲਾਈਫ ਤਾਂ ਉਸੇ ਦਿਨ ਖਰਾਬ ਹੋ ਗਈ, ਬਿਲਕੁਲ ਡਿਸਟਰੋਏ ਹੋ ਜਾਂਦੀ ਹੈ। ਉਸਦੀ ਲਾਈਫ ਤਾਂ ਡਿਸਟਰੋਏ ਹੋ ਗਈ, ਕੁਝ ਨਹੀਂ ਬਚਦਾ। ਜੇ ਹੁਣ ਆਪਾਂ ਕਲਪ੍ਰਿਟਸ ਦੀ ਗੱਲ ਕਰੀਏ, ਜਿਨ੍ਹਾਂ ਨੇ ਇਹ ਕ੍ਰਾਈਮ ਕੀਤਾ, ਜੇਕਰ ਉਹਨਾਂ ਨੂੰ 5 ਸਾਲ 10 ਸਾਲ 15 ਸਾਲ ਲਾਈਫ ਫਿਰ ਵੀ ਇੰਜੋਏ ਕਰ ਰਹੇ ਨੇ, ਜਾਂ ਫਿਰ ਉਹਨਾਂ ਦੀ ਲਾਈਫ 'ਚ ਕੋਈ ਚੇਂਜ ਹੀ ਨਹੀਂ ਆ ਰਹੀ, ਉਹਨਾਂ ਦਾ ਇਫੈਕਟ ਹੀ ਨਹੀਂ ਪੈ ਰਿਹਾ, ਫਿਰ ਇਹ ਕ੍ਰਾਈਮ ਕਿਵੇਂ ਰੁਕੇਗਾ? ਇਹ ਤਾਂ ਜਿਵੇਂ ਕਈ ਦੇਸ਼ਾਂ 'ਚ ਜਿਹੜੇ ਅਰਬ ਕੰਟਰੀਜ਼ ਨੇ, ਜਿਵੇਂ ਉਹਨਾਂ ਦਾ ਕਾਨੂੰਨ ਹੈ ਕਿ ਹਫ਼ਤੇ ਦੇ ਅੰਦਰ ਅੰਦਰ ਜਾਂ 24 ਘੰਟਿਆਂ ਦੇ ਅੰਦਰ ਅੰਦਰ ਲੱਭ ਕੇ ਚੌਂਕ 'ਚ ਖੜਾ ਕੇ ਗੋਲੀ ਮਾਰਦੇ ਨੇ। ਜੇਕਰ ਇਦਾਂ ਦਾ ਕੋਈ ਕਾਨੂੰਨ ਹੋਏਗਾ ਫਿਰ ਤਾਂ ਸਖਤੀ ਹੋਏਗੀ, ਫਿਰ ਤਾਂ ਉਹਨੂੰ ਡਰ ਰਹੇਗਾ। ਹੁਣ ਜੇ ਕੋਈ ਅੱਜ ਕ੍ਰਾਈਮ ਕਰਦਾ, ਜੇ ਉਹਨੂੰ ਪਤਾ ਹੈ ਕਿ 15 ਸਾਲ ਤਾਂ ਮੈਨੂੰ ਕੁਝ ਨਹੀਂ ਹੋਣ ਵਾਲਾ, ਵੱਧ ਤੋਂ ਵੱਧ ਉਮਰ ਕੈਦ ਹੋਏਗੀ, 12 ਸਾਲ ਲਾ ਕੇ 20 ਸਾਲ ਲਾ ਕੇ ਮੈਂ ਜੇਲ੍ਹ 'ਚੋਂ ਬਾਹਰ ਆ ਜਾਣਾ, ਤੇ ਉਹਦਾ ਇਫੈਕਟ ਹੈ ਜਿਹੜਾ ਇੱਕ ਡਰ ਹੁੰਦਾ, ਫੀਅਰ ਹੈ, ਉਹ ਹੈ ਹੀ ਨਹੀਂ। ਉਹਨਾਂ ਨੂੰ ਲੱਗਦਾ ਕਿ ਇਹ ਕੋਈ ਠੀਕ ਹੈ। ਜਦੋਂ ਐਕਸਾਈਟਮੈਂਟ 'ਚ ਹੋ ਗਿਆ, ਉਹਨਾਂ ਨੂੰ ਡਰ ਨਹੀਂ। ਜੇ ਆਪਣਾ ਕਹਿੰਦੇ ਹੁੰਦੇ ਕਿ ਜੇ ਆਪਾਂ ਨੂੰ ਡਰ ਹੈ, ਫਿਰ ਆਪਾਂ ਕੋਈ ਵੀ ਗਲਤ ਕਦਮ ਚੁੱਕਣ ਤੋਂ ਪਹਿਲਾਂ ਵੀ 2 ਵਾਰੀ ਸੋਚਾਂਗੇ ਕਿ ਆਪਣੇ ਨਾਲ ਆਪਾਂ ਨੂੰ ਚੌਂਕ 'ਚ ਖੜਾ ਕੇ ਗੋਲੀ ਮਾਰ ਦਿੱਤੀ ਜਾਏਗੀ। ਇੱਥੇ ਇੱਕ ਹੋਰ ਗੱਲ ਹੈ ਮਨਦੀਪ ਜੀ, ਜਿਹੜੇ ਮੈਨੂੰ ਲੱਗਦਾ ਹੈ ਪਰਸਨਲੀ ਤੌਰ ਤੇ ਕਿ ਜਿਹੜੀਆਂ ਉਸ ਪਰਿਵਾਰ ਨਾਲ ਜਿਹੜੇ ਲੜਕੇ ਹੁੰਦੇ ਨੇ, ਜਿਹੜੇ ਇਦਾਂ ਦੇ ਕ੍ਰਾਈਮ ਕਰਦੇ ਨੇ, ਜਿਹੜੇ ਉਹ ਪਰਿਵਾਰ ਨਾਲ ਸੰਬੰਧਿਤ ਔਰਤਾਂ ਨੇ, ਫੀਮੇਲਸ ਨੇ, ਚਾਹੇ ਉਹ ਲੜਕੇ ਦੀ ਮਦਰ ਹੋਵੇ, ਚਾਹੇ ਉਹ ਲੜਕੇ ਦੀ ਸਿਸਟਰ ਹੋਵੇ, ਚਾਹੇ ਉਹ ਵਾਈਫ ਹੋਵੇ, ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ, ਉਹਨਾਂ ਦੀ ਇੱਕ ਰਿਸਪੌਂਸਿਬਿਲਿਟੀ ਹੈ ਕਿ ਉਹ ਉਹਨਾਂ ਨਾਲ ਤੁਰੰਤ ਬਾਈਕਾਟ ਕਰਨ। ਜਦੋਂ ਇਦਾਂ ਦਾ ਕੋਈ ਘਟਨਾ ਸਾਹਮਣੇ ਆਉਂਦੀ ਹੈ, ਚਾਹੇ ਛੋਟੀ ਤੋਂ ਛੋਟੀ, ਚਾਹੇ ਉਹ ਈਵ ਟੀਜ਼ਿੰਗ ਦੀ ਹੋਵੇ, ਜਦੋਂ ਪਤਾ ਲੱਗਦਾ ਕਿ ਹਾਂਜੀ ਅੱਜ ਸਾਡੇ ਬੇਟੇ ਨੇ, ਅੱਜ ਸਾਡੇ ਭਰਾ ਨੇ ਈਵ ਟੀਜ਼ਿੰਗ ਕੀਤੀ ਹੈ ਕਿਸੇ ਕੁੜੀ ਦੀ, ਤੁਰੰਤ ਉਹਨਾਂ ਨੂੰ ਬਹਿ ਕੇ ਸਮਝਾਇਆ ਜਾਵੇ ਕਿ ਬਾਈਕਾਟ ਕੀਤਾ ਜਾਵੇ ਕਿ ਅੱਜ ਤੂੰ ਕਿਸੇ ਹੋਰ ਦੀ ਕੁੜੀ ਨਾਲ ਕੀਤਾ, ਕਿਸੇ ਹੋਰ ਦੀ ਭੈਣ ਨਾਲ ਕੀਤਾ, ਕੱਲ ਨੂੰ ਸਾਡੇ ਨਾਲ ਇਹ ਕੁਝ ਹੋਏਗਾ। ਜੇਕਰ ਉੱਥੋਂ ਰੂਟ ਕਾਜ਼ ਤੋਂ ਉੱਥੋਂ ਸੋਚ ਬਦਲਣੀ ਸ਼ੁਰੂ ਕੀਤੀ ਜਾਵੇ, ਮੈਨੂੰ ਲੱਗਦਾ ਕਿ
ਇੱਕਦਮ ਤਾਂ ਦੇਖੋ ਬਹੁਤ ਮੈਜੋਰਿਟੀ ਕੇਸਾਂ 'ਚ ਇੱਕਦਮ ਰੇਪ ਨਹੀਂ ਹੁੰਦਾ, ਇੱਕਦਮ ਬਲਾਤਕਾਰ ਨਹੀਂ ਹੁੰਦਾ, ਪਹਿਲਾਂ ਪਿੱਛਾ ਕਰਦੇ ਨੇ, ਈਵ ਟੀਜ਼ਿੰਗ ਤੋਂ ਸਟਾਰਟਿੰਗ ਹੁੰਦੀ ਹੈ। ਜੇ ਉੱਥੇ ਹੀ ਘਰ ਦੀਆਂ ਹੀ ਔਰਤਾਂ ਬਾਈਕਾਟ ਕਰ ਦੇਣਗੀਆਂ ਮਰਦਾਂ ਦਾ, ਜੋ ਕਹਿ ਦੇਣਗੀਆਂ ਕਿ ਨਹੀਂ ਇਹ ਗਲਤ ਹੈ, ਤੂੰ ਇਹ ਕੰਮ ਨਹੀਂ ਕਰ ਸਕਦਾ। ਜਿਵੇਂ ਆਪਾਂ ਔਰਤਾਂ ਨੂੰ ਕਹਿੰਦੇ ਆ ਕਿ ਜੇ ਔਰਤ ਕੋਈ ਵੀ ਕੰਮ ਕਰਦੀ ਹੈ ਤਾਂ ਮਾਂ ਜਾਂ ਫਿਰ ਬਾਪ ਘਰੇ ਬਹਿ ਕੇ ਸਮਝਾਉਂਦਾ ਕਿ ਇਹ ਕੰਮ ਗਲਤ ਹੈ। ਜੇ ਉਸੇ ਤਰ੍ਹਾਂ ਲੜਕੇ ਨੂੰ ਸਮਝਾਉਣਗੇ ਤਾਂ ਹੋ ਸਕਦਾ ਕਿ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਜਿਹੜੇ ਇਹ ਕ੍ਰਾਈਮ ਰੇਟਸ ਨੇ, ਜਿਹੜੇ ਇਹ ਵੂਮਨ ਸੇਫਟੀ ਦੀ ਗੱਲ ਕਰਦੇ ਆ, ਸਿਕਿਉਰਿਟੀ ਦੀ ਗੱਲ ਕਰਦੇ ਆ, ਇਸ 'ਚ ਬਹੁਤ ਵੱਡਾ ਸੁਧਾਰ ਲਿਆਇਆ ਜਾ ਸਕਦਾ। ਬਿਲਕੁਲ ਜੀ, ਪਰ ਇੱਕ ਗੱਲ ਗੁਰਵਿੰਦਰ ਹੋਰ ਵੀ ਹੈ ਕਿ ਔਰਤ ਹੀ ਔਰਤ ਦੀ ਦੁਸ਼ਮਣ ਬਣ ਜਾਂਦੀ ਹੈਗੀ। ਅਸੀਂ ਬਹੁਤ ਸਾਰੇ ਕੇਸਿਸ ਦੇ ਵਿੱਚ ਦੇਖਦੇ, ਤੁਸੀਂ ਕਿਹਾ ਕਿ ਜੇਕਰ ਕਿਸੇ ਦਾ ਬੇਟਾ ਜਾਂ ਉਸੇ ਕਿਸੇ ਵੀ ਮੇਲ ਮੈਂਬਰ ਨੇ ਕੋਈ ਇਹੋ ਜਿਹੀ ਘਟਨਾ ਕੀਤੀ ਹੈ ਤਾਂ ਜ਼ਰੂਰੀ ਹੋ ਜਾਂਦਾ ਕਿ ਉਸ ਘਰ ਦੀਆਂ ਔਰਤਾਂ ਨੂੰ ਉਸ ਦਾ ਬਾਈਕਾਟ ਕਰਨਾ ਚਾਹੀਦਾ। ਪਰ ਤੁਸੀਂ ਇੱਕ ਗੱਲ ਦੇਖੋ ਗੁਰਵਿੰਦਰ, ਜਦੋਂ ਵੀ ਕਿਸੇ ਦਾ ਵਿਆਹ ਹੁੰਦਾ, ਠੀਕ ਹੈ, ਉਹ ਆਪਣੀ ਨੂੰਹ ਦੇ ਨਾਲ ਜੇਕਰ ਕੋਈ ਰਾਬਤਾ ਉਹਨਾਂ ਦਾ ਕਾਇਮ ਨਹੀਂ ਰੱਖਣਾ ਚਾਹੁੰਦੇ ਹੈਗੇ ਤਾਂ ਕੀ ਕਰਦੇ ਜੀ, ਸਾਡਾ ਮੁੰਡਾ ਤਾਂ ਬੇਦਖਲ ਹੈ। ਤਾਂ ਇੱਕ ਬਹੁਤ ਵੱਡੀ ਗੱਲ ਹੈਗੀ ਸਮਾਜ ਦੇ ਵਿੱਚ, ਬਾਰ-ਬਾਰ ਇੱਕੋ ਹੀ ਗੱਲ ਕਰ ਦਿੱਤੀ ਜਾਂਦੀ ਹੈ ਕਿ ਵਿਆਹੇ ਹੋਏ ਮੁੰਡੇ ਨੂੰ ਜੀ ਬੇਦਖਲ ਕਰ ਦਿੱਤਾ ਜਾਂਦਾ ਹੈ, ਕਿਉਂਕਿ ਕਿਹਾ ਜਾਂਦਾ ਹੈਗਾ ਜੀ ਸਾਡੀ ਨੂੰਹ ਨਾਲ ਸਾਡੀ ਨਹੀਂ ਬਣਦੀ, ਅੱਗੇ ਜਾ ਕੇ ਪਤਾ ਨਹੀਂ ਕੀ ਕਰੂ। ਜੇਕਰ ਤੁਸੀਂ ਸਿਰਫ ਇੱਕ ਪੁਆਇੰਟ ਦੇ ਉੱਪਰ, ਵਿਆਹ ਦੇ ਪੁਆਇੰਟ ਦੇ ਉੱਪਰ ਬੇਟੇ ਨੂੰ ਬੇਦਖਲ ਕਰ ਸਕਦੇ ਹੋ ਤਾਂ ਈਵ ਟੀਜ਼ਿੰਗ ਦੇ ਮਾਮਲੇ ਵਿੱਚ ਕਿਉਂ ਨਹੀਂ ਤੁਸੀਂ ਆਪਣਾ ਮੁੰਡਾ ਬੇਦਖਲ ਕਰ ਦਿੰਦੇ? ਕਿਉਂ ਨਹੀਂ ਤੁਸੀਂ ਕਹਿੰਦੇ ਕਿ ਹਾਂ ਬੇਟੇ ਜੇ ਤੂੰ ਅੱਜ ਇਹ ਗਲਤੀ ਕੀਤੀ ਤਾਂ ਤੂੰ ਸਾਡੀ ਸਾਰੀ ਜਾਇਦਾਦ ਤੋਂ ਬੇਦਖਲ ਹੋ ਗਿਆ, ਇਸ ਤੋਂ ਬਾਅਦ ਸਾਡੇ ਘਰ ਨਾ ਵੜੀ? ਤਾਂ ਬਹੁਤ ਜ਼ਰੂਰੀ ਹੈ ਇੱਕ ਔਰਤ ਹੀ ਔਰਤ ਦੀ, ਜੇਕਰ ਅਸੀਂ ਕਹੀਏ ਕਿ ਦੁਸ਼ਮਣ ਨਾ ਬਣ ਕੇ ਉਹਦਾ ਪੱਖ ਲੈ ਲੇਗੀ, ਉਹ ਸੋਚਦੀ ਹੈ ਕਿ ਇਹ ਤਾਂ ਜੀ ਮੇਰੇ ਘਰ ਦਾ ਮਸਲਾ ਹੈਗਾ, ਉਹ ਕਿਹੜਾ ਮੇਰੀ ਬੇਟੀ ਸੀਗੀ। ਪਰ ਜਦੋਂ ਗੱਲ ਆਉਂਦੀ ਹੈ ਆਪਣੀ ਬੇਟੀ ਤੇ ਤਾਂ ਉਦੋਂ ਜਿਹੜੀ ਔਰਤ ਹੈ ਉਦੋਂ ਚਿল্ਲਾਉਂਦੀ ਹੈਗੀ, ਉਦੋਂ ਪਹਿਲਾਂ ਕੋਈ ਨਹੀਂ ਕੁਝ ਕਰਦਾ। ਉਹੀ ਗੱਲ ਹੈ ਨਾ ਮਨਦੀਪ, ਜਦੋਂ ਅੱਗ ਆਪਣੇ ਘਰੇ ਲੱਗਦੀ ਹੈ ਉਦੋਂ ਹੀ ਸੇਕ ਲੱਗਦਾ ਆਪਾਂ ਨੂੰ, ਜਿੰਨਾ ਜੇਕਰ ਉਹ ਅੱਗ ਗਵਾਂਢੀਆਂ ਦੇ ਲੱਗੀ ਹੋਈ ਆ ਉਦੋਂ ਤੱਕ ਆਪਾਂ ਨੂੰ ਕੋਈ ਸੇਕ ਨਹੀਂ ਲੱਗਦਾ। ਜੇਕਰ ਜਿਵੇਂ ਆਪਾਂ ਗੱਲ ਕੀਤੀ, ਸਾਰਾ ਜਿਹੜਾ ਮਸਲਾ ਇਹ ਕੋਈ ਮਸਲਾ ਬਣਨਾ ਹੀ ਨਹੀਂ ਜੇਕਰ ਫੈਮਿਲੀ, ਜੇਕਰ ਪਰਿਵਾਰ, ਜੇਕਰ ਬੇਸਿਕ ਲੈਵਲ ਤੋਂ ਸਟਾਰਟਿੰਗ ਤੋਂ ਹੀ ਜੇ ਆਪਾਂ ਆਪਣੇ ਬੱਚਿਆਂ ਨੂੰ, ਆਪਣੇ ਮੁੰਡਿਆਂ ਨੂੰ, ਆਪਣੇ ਕੁੜੀਆਂ ਨੂੰ ਸਮਝਾਵਾਂਗੇ, ਪੜ੍ਹਾਵਾਂਗੇ, ਚੰਗੀ ਤਰ੍ਹਾਂ ਸਮਾਜ ਜਿਹੜਾ ਇਕੁਐਲਿਟੀ ਹੈ ਉਹਦਾ ਮਤਲਬ ਸਮਝਾਵਾਂਗੇ ਤਾਂ ਇਹ ਕੁਝ ਹੋਣਾ ਹੀ ਨਹੀਂ। ਜੇਕਰ ਸ਼ੁਰੂ ਤੋਂ ਹੀ ਉਹਨਾਂ ਨੂੰ ਬਰਾਬਰਤਾ ਅਤੇ ਵੂਮਨ ਦੀ ਰਿਸਪੈਕਟ ਕਰਨੀ ਸਿਖਾਈ ਜਾਏਗੀ ਤਾਂ ਠੀਕ ਹੈ। ਹੁਣ ਜਿਵੇਂ ਘਰਾਂ ਚ ਹੁੰਦਾ ਕਿ ਘੁੰਡ ਕੱਢਣਾ ਹੈ ਔਰਤ ਨੇ, ਸ਼ੁਰੂ ਤੋਂ ਨਿੱਕੀ ਨਿੱਕੀਆਂ ਗੱਲਾਂ ਨੇ, ਆਪਾਂ ਕਿੰਨੀ ਵੱਡੀ ਹਿੱਸਾ ਦੇਣਾ ਗੱਲਾਂ ਨੂੰ, ਨਿੱਕੀਆਂ ਨਿੱਕੀਆਂ ਗੱਲਾਂ ਨੇ ਜਿੱਥੋਂ ਇਹ ਦਰਸਾਇਆ ਜਾਂਦਾ ਕਿ ਜਿਹੜੀਆਂ ਔਰਤਾਂ ਨੇ ਉਹ ਕਮਜ਼ੋਰ ਨੇ, ਉਹਨਾਂ ਦਾ ਦਬਦਬਾ ਨਹੀਂ, ਜਿਹੜਾ ਮਰਦ ਪ੍ਰਧਾਨ ਹੈ ਉਹੀ ਘਰ ਚਲਾਉਂਦਾ ਹੈ, ਉਹੀ ਸਾਰਾ ਕੁਝ ਕਰਦਾ। ਜਦੋਂ ਇਦਾਂ ਦੀਆਂ ਗੱਲਾਂ ਹੁੰਦੀਆਂ ਬੱਚਿਆਂ ਨੇ ਸਿੱਖਣਾ ਹੈ। ਦੇਖੋ ਬੱਚਿਆਂ ਦਾ ਕੰਮ ਹੈ ਸਿੱਖਣਾ, ਜੋ ਵਿਜ਼ੂਅਲਾਈਜ਼ੇਸ਼ਨ ਜਿਹੜੀ ਜੋ ਦੇਖ ਰਿਹਾ ਹੈ, ਪੜ੍ਹਾਉਣਾ ਅੱਡ ਗੱਲ ਹੈ, ਥਿਊਰੀ ਅੱਡ ਗੱਲ ਹੈ। ਬੱਚਾ ਪੜ੍ਹ ਕੁਛ ਹੋ ਰਿਹਾ, ਜਿਹੜਾ ਕੁਛ ਬੱਚਾ ਘਰ 'ਚ ਦੇਖ ਰਿਹਾ ਕਿ ਮੇਰਾ ਜਿਹੜਾ ਬਾਪ ਹੈ ਉਹ ਮੇਰੀ ਮਾਂ ਨੂੰ ਕਿਵੇਂ ਟਰੀਟ ਕਰਦਾ, ਉਹਨੇ ਦੇਖਣਾ, ਉਹਨੇ ਸਿੱਖਣਾ। ਬਿਲਕੁਲ। ਜਿਹੜਾ ਇੱਕ ਭਰਾ ਹੈ ਉਹਨੇ ਉਸੇ ਹਿਸਾਬ ਨਾਲ ਆਪਣੀ ਭੈਣ ਨੂੰ, ਉਸ ਤੋਂ ਬਾਅਦ ਉਸਨੇ ਵਿਆਹ ਤੋਂ ਬਾਅਦ ਉਸੇ ਹਿਸਾਬ ਨਾਲ ਆਪਣੀ ਵਾਈਫ ਨੂੰ ਟਰੀਟ ਕਰਨਾ। ਹੁਣ ਇਹੀ ਹੈ ਮੇਰੇ ਹਿਸਾਬ ਨਾਲ, ਤਾਂ ਸਰਕਾਰਾਂ ਕੁਛ ਮਰਜ਼ੀ ਕਰੀ ਜਾਣ, ਜੇਕਰ ਉਹ ਐਜੂਕੇਸ਼ਨ ਸਿਸਟਮ ਦੇ ਵਿੱਚ ਜਿਹੜੀ ਵੂਮਨ ਸਿਕਿਉਰਿਟੀ, ਵੂਮਨ ਰਿਸਪੈਕਟ, ਵੂਮਨ ਇਕੁਐਲਿਟੀ ਦੇ ਵਰਗੇ ਸਬਜੈਕਟ ਨਹੀਂ ਇਨਕਲੂਡ ਕਰਦੀਆਂ, ਮੈਨੂੰ ਨਹੀਂ ਲੱਗਦਾ ਕਿ ਕੋਈ ਅਸਰ ਹੋਏਗਾ। ਦੂਜਾ ਜਿਹੜਾ ਮੇਰੇ ਹਿਸਾਬ ਨਾਲ ਸੋਲੂਸ਼ਨ, ਇਹਦਾ ਬੈਸਟ ਸੋਲੂਸ਼ਨ ਹੈ, ਪਰਿਵਾਰਕ ਤੌਰ ਤੇ ਘਰ ਦੇ ਪਰਿਵਾਰਾਂ ਨੂੰ, ਘਰ ਦੇ ਜੀਆਂ ਨੂੰ, ਰਿਸ਼ਤੇਦਾਰਾਂ ਨੂੰ, ਰਿਲੇਟਿਵਸ ਨੂੰ ਇਦਾਂ ਦੀਆਂ ਗੱਲਾਂ ਵੱਲ ਧਿਆਨ ਦੇਣਾ ਪਏਗਾ। ਜੇਕਰ ਕੋਈ ਮੁੰਡਾ ਇਦਾਂ ਦੀ ਹਰਕਤ ਕਰਕੇ ਆਉਂਦਾ ਹੈ ਤੁਰੰਤ ਉਸ ਨੂੰ ਸਜ਼ਾ ਦਿਵਾਓ, ਉਸਦੇ ਕ੍ਰਾਈਮ ਨੂੰ ਛੁਪਾਓ ਨਾ। ਇੱਕ ਬਹੁਤ ਵੱਡੀ ਗੱਲ ਹੈਗੀ ਕਿ ਇਹੋ ਜਿਹਾ ਜਿਹੜਾ ਕੋਈ ਕਾਨੂੰਨ ਹੈਗਾ ਉਹ ਸਾਡੀ ਸਰਕਾਰ ਵੀ ਲੈ ਕੇ ਆ ਸਕਦੀ ਹੈ ਕਿ ਅਗਰ ਕਿਸੇ ਦੇ ਖਿਲਾਫ ਈਵ ਟੀਜ਼ਿੰਗ ਦਾ ਮਾਮਲਾ ਹੁੰਦਾ ਜੀ ਤਾਂ ਉਹ ਆਪਣੇ ਬਾਪ ਦੀ ਸਾਰੀ ਜਾਇਦਾਦ ਤੋਂ ਬੇਦਖਲ ਹੋ ਜਾਊਗਾ। ਤਾਂ ਇੱਕ ਜਿਹੜਾ ਡਰ ਕਹਿੰਦੇ ਹੁੰਦੇ, ਦੇਖੋ ਹਰ ਇੱਕ ਚੀਜ਼ ਦੇ ਲਈ ਹੈ ਨਾ, ਡਰ ਬਹੁਤ ਜ਼ਰੂਰੀ ਹੁੰਦਾ ਹੈ, ਤੇ ਜੇਕਰ ਸਾਨੂੰ ਕਿਸੇ ਚੀਜ਼ ਦੇ ਵਿੱਚ ਕੋਈ ਡਰ ਹੋਊਗਾ ਤਾਂ ਅਸੀਂ ਉਸ ਤੇ ਕੰਟਰੋਲ ਵੀ ਕਰ ਸਕਾਂਗੇ। ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ, ਜਿਸ ਗੁਰਵਿੰਦਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਘਰਾਂ ਤੋਂ ਸ਼ੁਰੂ ਕਰ ਸਕਦੇ ਹਾਂ, ਪਰ ਮਰਦ ਪ੍ਰਧਾਨ ਸਮਾਜ, ਠੀਕ ਹੈ, ਘਰ ਦੇ ਵਿੱਚ ਮਰਦ ਦੀ ਇਖਤਿਆਰੀ ਬਣੀ ਹੋਈ ਹੈ, ਔਰਤ ਕੁਝ ਨਹੀਂ ਬੋਲ ਸਕਦੀ ਹੈਗੀ, ਤਾਂ ਬੱਚਿਆਂ ਦੀ ਪਰਵਰਿਸ਼ ਵੀ ਉਹ ਕਿੱਦਾਂ, ਉਸ ਦੇ ਵਿੱਚ ਵੀ ਕਿਵੇਂ ਬਦਲਾਅ ਕਰ ਸਕਦੇ ਹਨ। ਉਹੀ ਗੱਲ ਹੈ। ਹਾਂਜੀ, ਗੱਲ ਹੈਗੀ ਹੈ ਕਿ ਉਹਨਾਂ ਮਰਦਾਂ ਦੀ ਸੋਚ ਨੂੰ ਅਸੀਂ ਕਿਵੇਂ ਬਦਲਾਂਗੇ, ਹਨਾ ਵੀ ਜ਼ਿਆਦਾ ਇਹ ਜਿਵੇਂ ਆਪਾਂ ਕਹਿੰਦੇ ਨੇ ਵੀ ਕੋਈ ਲਾਈਵ ਐਗਜ਼ਾਮਪਲਸ ਉਹਨਾਂ ਲਈ ਹੋਣ, ਜਾਂ ਗੱਲ ਹੈਗੀ ਹੈ ਕਿ ਸਾਡੀ ਸਰਕਾਰ ਨੂੰ ਸਖਤ ਹੋਣਾ ਹੀ ਪਵੇਗਾ। ਜਦੋਂ ਤੱਕ ਉਹ ਕੋਈ ਰਵੱਈਆ ਆਪਣਾ ਨਹੀਂ ਇਖਤਿਆਰ ਕਰਦੀ, ਉਦੋਂ ਤੱਕ ਸਾਡੇ ਜਿਹੜੇ ਅਸੀਂ ਕਹੀਏ ਕਿ ਦੇਖੋ ਆਉਣ ਵਾਲੀ ਜਨਰੇਸ਼ਨ ਨੂੰ ਸੁਧਾਰ ਸਕਦੇ ਹਾਂ। ਉਹੀ ਗੱਲ ਕੀਤੀ, ਜਿਵੇਂ ਆਪਾਂ ਗੱਲ ਕੀਤੀ ਐਜੂਕੇਸ਼ਨ ਹੈ, ਜਿਹੜੀ ਐਜੂਕੇਸ਼ਨ ਹੈ ਨਾ ਉਹ ਬੇਸਿਕ ਹੈ, ਉਸ ਤੋਂ ਹੀ ਸੁਧਾਰ ਹੋਏਗਾ। ਜੇਕਰ ਆਪਾਂ ਗੱਲ ਕਰੀਏ ਕਿ ਮਰਦ ਪ੍ਰਧਾਨ, ਘਰਾਂ ਵਿੱਚ ਵੀ ਮਰਦ ਪ੍ਰਧਾਨ ਹੈ, ਘਰਾਂ ਵਿੱਚ ਵੀ ਹੈਡ ਹੈ ਜਿਹੜਾ ਉਹ ਮਰਦ ਹੈ, ਪਰ ਜਦੋਂ ਐਜੂਕੇਟਿਡ ਮੈਨ ਹੋਏਗਾ, ਜਦੋਂ ਪੜ੍ਹਿਆ ਲਿਖਿਆ ਮਰਦ ਹੋਏਗਾ, ਉਸ ਦੀ ਸੋਚ ਵਿੱਚ ਫਰਕ ਹੋਏਗਾ। ਤਾਂ ਹੀ ਮੈਂ ਕਿਹਾ ਨਾ ਕਿ ਜਿਹੜਾ ਪਹਿਲਾ ਸਟੈਪ ਹੈ ਸਰਕਾਰ ਚੱਕ ਸਕਦੀ ਹੈ, ਪਹਿਲਾ ਸਟੈਪ ਐਜੂਕੇਸ਼ਨ ਹੈ, ਦੂਜਾ ਸਟੈਪ ਹੈ ਜਿਹੜਾ ਉਹ ਪਰਿਵਾਰ ਹੈ। ਇੱਥੇ ਇੱਕ ਗੱਲ ਹੋ ਰਹੀ ਹੈ ਕਿ ਨਵੀਂ ਸਿੱਖਿਆ ਪਾਲਿਸੀ ਵੀ ਸਰਕਾਰ ਲੈ ਕੇ ਆਈ ਹੈ, ਉਸ ਦੇ ਵਿੱਚ ਵੀ ਬਹੁਤ ਸਾਲਾਂ ਬਾਅਦ ਇੱਕ ਬਦਲਾਵ ਉਸਨੇ ਕੀਤਾ। ਤਾਂ ਇੱਕ ਫੋਰਨ ਸਿਸਟਮ ਜਿਹੜਾ ਹੈਗਾ ਸਿੱਖਿਆ ਪ੍ਰਣਾਲੀ ਦੇ ਵਿੱਚ, ਸਾਡੀ ਸਿੱਖਿਆ ਪ੍ਰਣਾਲੀ ਦੇ ਵਿੱਚ ਆਇਆ। ਤਾਂ ਦੇਖੋ ਜਦੋਂ ਐਦਾਂ ਦੇ ਸੁਧਾਰ ਹੋ ਸਕਦੇ ਹੈ ਤਾਂ ਗੱਲ ਉਹੀ ਹੈ ਕਿ ਇਹ ਵੀ ਇੱਕ ਬਹੁਤ ਵੱਡੇ ਸੁਧਾਰ ਦੀ ਜਿਹੜੀ ਸਾਡਾ ਸਮਾਜ ਮੰਗ ਕਰ ਰਿਹਾ ਹੈਗਾ ਕਿ ਇਕੁਅਲਾਈਜੇਸ਼ਨ ਹੋਣੀ ਚਾਹੀਦੀ ਹੈਗੀ ਹੈ। ਬੱਚੇ
ਬੇਟੇ ਤੇ ਬੇਟੀਆਂ ਅਗਰ ਦੋਨੇ ਬਰਾਬਰ ਹੈ ਤਾਂ ਉਹਨਾਂ ਨੂੰ ਬਚਪਨ ਤੋਂ ਹੀ ਇਸ ਤਰੀਕੇ ਨਾਲ ਗਰੋ ਕੀਤਾ ਜਾਵੇ ਕਿ ਐਦਾਂ ਦੀਆਂ ਘਟਨਾਵਾਂ ਨਾ ਹੋਣ। ਹੁਣ ਗੱਲ ਸੀਗੀ ਕਿ ਅਸੀਂ ਬਾਰ-ਬਾਰ ਕਹਿੰਦੇ ਆ ਕਿ ਇੰਨੇ ਸਮੇਂ ਤੋਂ ਬਾਅਦ ਬੇਟੀਆਂ ਘਰੋਂ ਬਾਹਰ ਕਿਉਂ ਸੀਗੀਆਂ, ਤੇ ਇਹੀ ਸਿੱਖਿਆ ਤੁਸੀਂ ਆਪਣੇ ਬੇਟੇ ਨੂੰ ਵੀ ਦੇ ਸਕਦੇ ਹੈਗੇ ਹੋ ਕਿ ਰਾਤ ਦੇ 8 ਵਜੇ ਤੋਂ ਬਾਅਦ ਤੁਸੀਂ ਘਰ ਆਣਾ ਹੀ ਆਣਾ। ਤੁਸੀਂ ਲੇਟ ਕਿਉਂ ਹੋ ਗਏ, ਕਿੱਥੇ ਸੀਗੀ ਤੁਸੀਂ, ਕੀ ਕਰ ਰਹੇ ਸੀਗੇ। ਤਾਂ ਜਿਹੜੇ ਫੋਨ ਬੇਟੀਆਂ ਨੂੰ ਕੀਤੇ ਜਾਂਦੇ ਹੈਗੇ ਉਹ ਤੁਸੀਂ ਆਪਣੇ ਬੇਟੇ ਨੂੰ ਵੀ ਪੁੱਛ ਸਕਦੇ ਹੈਗੇ ਹੋ ਕਿ ਤੁਹਾਡੇ ਲਈ ਇੱਕ ਟਾਈਮ ਨਿਸ਼ਚਿਤ ਕੀਤਾ ਗਿਆ, ਤੁਸੀਂ ਇਸ ਟਾਈਮ ਤੇ ਘਰੇ ਆਓਗੇ, ਜੇ ਤੁਸੀਂ ਕਿਤੇ ਸੀ ਤਾਂ ਉਹ ਕਿਉਂ ਸੀ। ਇਹਨਾਂ ਸਾਰੀਆਂ ਗੱਲਾਂ ਦਾ ਵੇਰਵਾ ਜੇਕਰ ਪੇਰੈਂਟਸ ਉਹਨਾਂ ਤੋਂ ਮੰਗਣਗੇ ਫਿਰ ਹੀ ਸਾਡੇ ਬੇਟਿਆਂ ਨੂੰ ਇਹ ਲੱਗੇਗਾ ਕਿ ਸਾਡੇ ਉੱਪਰ ਵੀ ਕੋਈ ਪਾਬੰਦੀ ਹੈ। ਆਪਣੇ ਧਰਮਾਂ ਦੇ ਵਿੱਚ ਆਪਣੀ ਜਿਹੜੀ ਧਾਰਮਿਕ ਸਿੱਖਿਆ ਆਪਾਂ ਦਿੰਦੇ ਆ ਉਹ ਕਿਵੇਂ ਆਪਾਂ ਬੱਚਿਆਂ ਨੂੰ ਦੇ ਸਕਦੇ ਆ, ਤੇ ਹੋਰ ਜਿਹੜੀਆਂ ਵੀ ਔਰਤ ਨਾਲ ਸੰਬੰਧਿਤ ਗੱਲਾਂ ਨੇ ਜੀ ਸਭ ਤੋਂ ਮੇਨ ਮੁੱਦਾ ਜਿਹੜੀ ਮੇਨ ਗੱਲ ਹੈਗੀ ਹੈ, ਸਮਾਜ ਚੱਲਦਾ ਹੈ ਕਹਿੰਦੇ ਜੀ ਬੇਟੀ ਵੱਡੀ ਹੋ ਗਈ ਵਿਆਹ ਕਰ ਦੋ। ਹਾਂਜੀ, ਇਹ ਮੁੱਦਾ ਬਹੁਤ ਵੱਡਾ ਮੁੱਦਾ ਹੈ, ਇਹ ਵੀ ਆਪਾਂ ਅਗਲੀ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਵੀ ਵਿਆਹ ਕਿੰਨਾ ਕੁ ਜ਼ਰੂਰੀ ਹੈ, ਕਿ ਬੇਟੀ ਤੇ ਬੇਟੇ ਦੋਨਾਂ ਲਈ ਵਿਆਹ ਕਰਾਉਣਾ ਜ਼ਰੂਰੀ ਹੈ, ਕਿਉਂ ਜ਼ਰੂਰੀ ਹੈ ਵਿਆਹ। ਠੀਕ ਹੈ, ਇਹੀ ਗੱਲਬਾਤ ਅਸੀਂ ਆਪਣੀ ਅਗਲੀ ਵੀਡੀਓਜ਼ ਦੇ ਵਿੱਚ ਕਰਾਂਗੇ ਜੀ। ਤੇ ਜੇਕਰ ਦਰਸ਼ਕਾਂ ਨੂੰ ਅੱਜ ਦੀ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਅਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਤੇ ਸਾਡੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਉਣਾ। ਤੇ ਇਸੇ ਨਾਲ ਹੀ ਮੈਨੂੰ ਮਨਦੀਪ ਮਸੋਨੂ ਅੱਜ ਦਾ ਪ੍ਰੋਗਰਾਮ ਹਾਲ ਬਿਆਨੀ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ। ਤੇ ਗੁਰਵਿੰਦਰ ਨਾਲ ਹੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।